श्लोक काम क्रोध अर लोभ मोह बिनस जाए अहम् एव। नानक प्रभ शरणागति कर प्रसाद गुरुदेव। काम क्रोध लोभ झूठ निंदा इनते आप छुड़ाओ। एह भीतर तेन को डारो आपन निकट बुलावो। मुख चुरा शास्त्र खट पिंग गिरन चढ़ जाए। अंध लख बदरो सुनै जो काल कृपा कराए। कहाँ बुद्ध प्रभु तुच्छ हमारी वर्ण सक महिमा जो तिहारी। हम न सकत कर सिवत तुम्हारी आप ले हो तुम कथा सुधारी। हम न सकत कर सिवत तुम्हारी आप ले हो तुम कथा सुधारी। सतनाम श्री वाहेगुरु साहिब जी। राग तनासरी महला पहला। गगन में थाल रवचंद दीपक बने। तारिका मंडल जनक मोती। धूप मल आन लो पवन चवरो करे। सगल बन राय फुलंत ज्योति। कैसी आरती होए पव खंडना तेरी आरती। अनहता शबद वाजंत बेरी। रहाओ सहस तव नैन नान नैन हाहे तोहे को। सहस मुहूर्त ननायक तोही। सहस पद बिमल नान एक पद गांध बेन। सहस तव गांध एव चलत मोही। सब मह जोत जोत है सोए। तिसदा चानण सब मह चानण होए। गुर साखी जोत परगट होए। जो तिस पावै सो आरती होए। हर चरण कवल मकरंद लोभित मनो। अन दिन मोहे आही प्यासा। कृपा जल दे नानक सहारन को। होए जाते तेरा नाय वासा। हर चरण कवल मकरंद लोभित मनो। अन दिन मोहे आही प्यासा। कृपा जल दे नानक सारंग को। होए जाते तेरा नाय वासा। वाहिगुरु जी का खालसा वाहिगुरु जी की फतेह। पतत पावन भगत
ਵਰਸ਼ਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਰਹਿਮਤ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਆਪਾਂ ਨੂੰ ਪ੍ਰਾਪਤ ਹੋਏ ਨੇ। ਮਹਾਰਾਜ ਸਾਹਿਬ ਦੇ ਅਸਥਾਨਾਂ ਦੀ ਯਾਤਰਾ ਕਰਕੇ ਸਤਿਗੁਰਾਂ ਦੇ ਪਾਵਨ ਅਸਥਾਨਾਂ 'ਤੇ ਸਜੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਸਦਕਾ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਸਿੱਖ ਸੰਗਤਾਂ ਨੇ ਸਰਵਣ ਕੀਤੇ ਨੇ। ਲੜੀਵਾਰ ਗੁਰ ਸ਼ਬਦ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜਿੱਥੇ ਆਪਾਂ ਅੱਜ ਗੁਰ ਸ਼ਬਦ ਦੀ ਜੋ ਮਰਿਆਦਾ ਹੈ ਗੁਰੂ ਘਰ ਦੀ ਉਹ ਵਿਚਾਰ ਤਾਂ ਕਰਨੀ ਹੋਈ ਹੈ। ਨਾਲ ਅੱਜ ਦਾ ਪਾਵਨ ਪਵਿੱਤਰ ਦਿਹਾੜਾ ਏ ਪੰਥ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਬੰਦ ਤੇ ਕਟਾਉਣਾ ਮਨਜ਼ੂਰ ਕਰ ਲਿਆ, ਪਰ ਆਪਣੇ ਸਦਕੋਂ ਨਹੀਂ ਡੋਲੇ, ਧਰਮੋਂ ਨਹੀਂ ਹਾਰੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਅੱਜ ਪਾਵਨ ਸ਼ਹੀਦੀ ਦਿਹਾੜਾ ਪੰਥ ਮਨਾ ਰਿਹਾ ਹੈ। ਸਾਧ ਸੰਗਤ ਜੀ, ਭਾਈ ਮਨੀ ਸਿੰਘ ਜੀ ਇੱਕ ਐਸੇ ਸ਼ਹੀਦ ਮਹਾਨ ਆਤਮਾ ਹੋਏ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਦਰ ਘਰ ਦੀ 81 ਸਾਲ ਸੇਵਾ ਕੀਤੀ ਹੈ 94 ਸਾਲ ਦੀ ਉਮਰ ਦੇ ਵਿੱਚ। ਤੇ ਇਹਨਾਂ 81 ਸਾਲਾਂ ਦੀ ਸੇਵਾ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੇ ਗੁਰੂ ਪੰਥ ਵਾਸਤੇ ਅਨੇਕਾਂ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦਾ ਆਪਾਂ ਜ਼ਿਕਰ ਕਰਾਂਗੇ। ਭਾਈ ਮਨੀ ਸਿੰਘ ਜੀ ਦਾ ਜਨਮ ਹੁਣ ਦੇ ਪਾਕਿਸਤਾਨ ਦੇ ਮੁਲਤਾਨ ਦੇ ਵਿੱਚ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਵਿੱਚ ਵਸਦੇ ਪਿੰਡ ਅਲੀਪੁਰ ਦੇ ਵਿੱਚ 1644 ਈਸਵੀ ਨੂੰ ਭਾਈ ਮਾਈ ਦਾਸ ਦੇ ਘਰ ਦੇ ਵਿੱਚ ਮਾਈ ਮਧਰਾ ਬਾਈ ਦੀ ਕੁੱਖ ਤੋਂ ਸਾਧ ਸੰਗਤ ਜੀ ਹੋਇਆ। ਇਹ ਖਾਨਦਾਨ ਜਿਸ ਵਿੱਚ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਹੈ, ਇਹ ਪਹਿਲਾਂ ਮੁਗਲਾਂ ਦੇ ਕੋਲ ਇਹਨਾਂ ਦੇ ਬਜ਼ੁਰਗ ਨੌਕਰੀ ਕਰਦੇ ਰਹੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਸਤਿਗੁਰਾਂ ਦੀ ਸ਼ਰਨ ਵਿੱਚ ਇਹਨਾਂ ਦੇ ਬਜ਼ੁਰਗ ਆ ਗਏ ਤੇ ਮਹਾਰਾਜ ਸਾਹਿਬ ਦੇ ਦਰ ਘਰ ਦੀ ਸੇਵਾ ਕਰਨ ਲੱਗ ਪਏ। ਤੇ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ, ਇਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੋਂ ਹੋ ਕੇ ਜੰਗਾਂ ਦੇ ਵਿੱਚ ਹਿੱਸਾ ਲੈਂਦੇ ਰਹੇ। ਮਾਈ ਦਾਸ ਤੇ ਫਿਰ ਇਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਨੇ ਸੇਵਾ ਕੀਤੀ। ਜਨਮ ਸਮੇਂ ਨਾਮ ਰੱਖਿਆ ਗਿਆ ਮਨੀ ਰਾਮ। ਪਰਿਵਾਰ ਵਾਲੇ ਪਿਆਰ ਨਾਲ ਮਣੀਆਂ ਵੀ ਕਹਿ ਦਿੰਦੇ ਨੇ। 13 ਕੁ ਸਾਲ ਦੇ ਹੋਏ ਤਾਂ ਉਸ ਵੇਲੇ ਕੀਰਤਪੁਰ ਸਾਹਿਬ ਆ ਕਰਕੇ ਗੁਰੂ ਹਰਿਰਾਏ ਸਾਹਿਬ ਦੀ ਸੇਵਾ ਦੇ ਵਿੱਚ ਹਾਜ਼ਰ ਕੀਤਾ, ਜਿਹਨੂੰ ਖਾਲਸਾਈ ਬੋਲੀ 'ਚ ਕਹਿੰਦੇ ਵੀ ਅਰਦਾਸ ਕਰਾਤਾ ਵੀ ਮਹਾਰਾਜ ਇਹ ਪੁੱਤਰ ਤੁਹਾਡੀ ਸੇਵਾ ਕਰੂਗਾ। 2 ਸਾਲ ਮਹਾਰਾਜ ਦੇ ਕੋਲ ਰਹੇ। ਵਿਆਹ ਕਰਨ ਵਾਸਤੇ ਕੁਝ ਸਮੇਂ ਲਈ ਲੈ ਕੇ ਗਏ। 1659 ਦੇ ਵਿੱਚ ਆਪਣੇ ਪਿੰਡ ਅਲੀਪੁਰ ਆ ਗਏ ਤੇ ਭਾਈ ਮਨੀ ਰਾਮ ਜੀ ਦਾ ਜੋ ਵਿਆਹ ਆਨੰਦ ਕਾਰਜ ਹੈ ਉਹ ਵੀ ਸਾਧ ਸੰਗਤ ਮਹਾਨ ਪਰਿਵਾਰ ਦੀ ਬੱਚੀ ਦੇ ਨਾਲ ਹੋਇਆ। ਭਾਈ ਲੱਖੀ ਸ਼ਾਹ ਜੀ ਵਣਜਾਰਾ
ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਧੜ ਦਾ ਸੰਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ। ਉਹਨਾਂ ਦੀ ਬੱਚੀ ਸੀ ਤੋਂ ਅੰਮ੍ਰਿਤ ਛਕ ਕੇ ਉਹ ਵੀ ਬਸੰਤ ਕੌਰ ਬਣੀ। ਉਸ ਦੇ ਨਾਲ 1659 ਵਿੱਚ ਹੋਇਆ, 2 ਸਾਲ ਘਰੇ ਰਹੇ। 1661 ਦੇ ਵਿੱਚ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਸੱਚਖੰਡ ਚਲੇ ਗਏ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਭਾਈ ਮਨੀ ਰਾਮ ਮਨੀ ਸਿੰਘ ਜੀ ਹਾਜ਼ਰ ਹੋਏ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਸੇਵਾ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜਦੋਂ ਗੁਰਿਆਈ ਤੇ ਬਰਾਜੇ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋ ਗਏ ਤੇ ਸੇਵਾ ਤੇ ਮਹਾਰਾਜ ਐਸੇ ਖੁਸ਼ ਹੋਏ ਵੀ ਗੁਰੂ ਘਰ ਦੇ ਵਿੱਚ ਭਾਈ ਮਨੀ ਰਾਮ ਜੀ ਨੂੰ ਦੀਵਾਨ ਦੀ ਪਦਵੀ ਮਿਲ ਗਈ। 2 ਸਿੱਖ ਦੀਵਾਨ ਸਨ, ਇੱਕ ਦੀਵਾਨ ਆਨੰਦ ਚੰਦ ਤੇ ਦੂਸਰਾ ਭਾਈ ਮਨੀ ਸਿੰਘ ਜੀ ਨੂੰ ਦੀਵਾਨ ਦੀ ਪਦਵੀ ਦਿੱਤੀ। ਸਾਰਾ ਕੁਝ ਸੰਭਾਲਣ ਦੀ ਜ਼ਿੰਮੇਵਾਰੀ ਹੋਈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਦੇ ਰਹੇ। ਕਲਗੀਧਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲੋਂ ਗੁਰਬਾਣੀ ਗੁਰਮੁਖ ਦੀ ਵਿਦਿਆ ਭਾਈ ਮਨੀ ਰਾਮ ਜੀ ਨੇ ਪ੍ਰਾਪਤ ਕੀਤੀ। ਫਿਰ ਕਲਗੀਧਰ ਮਹਾਰਾਜ ਸਾਹਿਬ ਦੇ ਨਾਲ ਰਹਿੰਦਿਆਂ ਹੋਇਆਂ ਸਾਧ ਸੰਗਤ ਜਦੋਂ ਸਤਿਗੁਰੂ ਬਾਣੀ ਉਚਾਰਦੇ, ਦਸਮ ਗ੍ਰੰਥ ਦੀ ਬਾਣੀ ਭਾਈ ਮਨੀ ਸਿੰਘ ਜੀ ਲਿਖਦੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮੁਖੋਂ ਉਚਾਰਦੇ। ਜਦੋਂ ਅੰਮ੍ਰਿਤ ਸੰਚਾਰ ਹੋਇਆ, ਪਹਿਲੀਆਂ ਕਤਾਰਾਂ ਵਿੱਚ ਅੰਮ੍ਰਿਤ ਛਕਿਆ ਪਰਿਵਾਰ ਦੇ ਸਹਿਤ ਮਨੀ ਰਾਮ ਤੋਂ ਮਨੀ ਸਿੰਘ ਬਣੇ। ਜਦੋਂ ਪਾਉਂਟਾ ਸਾਹਿਬ ਕੁਝ ਸਮਾਂ ਮਹਾਰਾਜ ਠਹਿਰੇ ਸਨ 10ਵੇਂ ਪਾਤਸ਼ਾਹ, ਉੱਥੇ ਬੇਅੰਤ ਦਸਮ ਗ੍ਰੰਥ ਦੀਆਂ ਬਾਣੀਆਂ ਉਚਾਰੀਆਂ ਭਾਈ ਮਨੀ ਸਿੰਘ ਜੀ ਲਿਖਦੇ ਰਹੇ। ਤੇ ਸਾਧ ਸੰਗਤ ਜੀ, ਇੱਥੇ ਰਹਿੰਦਿਆਂ ਹੀ ਇੱਕ ਘਟਨਾ ਵਾਪਰੀ ਵੀ ਜਿਹੜੇ ਪਹਾੜੀ ਰਾਜੇ ਉਹਨਾਂ ਨੇ ਇੱਕ ਸ਼ਰਾਬੀ ਹਾਥੀ ਭੇਜ ਦਿੱਤਾ ਲੋਹਗੜ੍ਹ ਕਿਲ੍ਹਾ ਜਿਹੜਾ ਹੈ ਉਹਨੂੰ ਜਿੱਤਣ ਦੇ ਲਈ। ਉਦੋਂ ਫਿਰ ਮੁਕਾਬਲੇ ਦੇ ਵਾਸਤੇ ਜਿਹੜਾ ਸੂਰਮਾ ਤਿਆਰ ਹੋਇਆ ਉਹ ਭਾਈ ਮਨੀ ਸਿੰਘ ਦਾ ਪੁੱਤਰ ਭਾਈ ਬਚਿੱਤਰ ਸਿੰਘ ਸੀ। ਤੇ ਬਚਿੱਤਰ ਸਿੰਘ ਨੇ ਨਾਗਣੀ ਦੇ ਨਾਲ ਹਾਥੀ ਦਾ ਉਸ ਵੇਲੇ ਮੁਕਾਬਲਾ ਕੀਤਾ। ਤੇ ਫਿਰ ਇੱਕ ਰਾਜਾ ਕੇਸਰੀ ਚੰਦ ਜਦੋਂ ਤੁਰਿਆ ਸੀ ਨਾ ਹਾਥੀ ਲੈ ਕੇ, ਤੇ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲੈ ਕੇ ਆਊਂਗਾ। ਤੇ ਉਸ ਹੰਕਾਰੀ ਕੇਸਰੀ ਚੰਦ ਦਾ ਸਿਰ ਭਾਈ ਉਦੈ ਸਿੰਘ ਨੇ ਵੱਢਿਆ ਤੇ ਬਰਸ਼ੇ ਦੇ ਟੰਗ ਕੇ ਉੱਚੇ ਥਾਂ ਦੇ ਬੈਠੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੇ ਕੋਲ ਹਾਜ਼ਰ ਕੀਤਾ ਸੀ ਵੀ ਸਤਿਗੁਰੂ ਜੀ, ਆਹ ਕੇਸਰੀ ਚੰਦ ਹੈ, ਇਹਦਾ ਮੈਂ ਸਿਰ ਵੱਢ ਕੇ ਲੈ ਆਇਆ। ਜਿਹੜਾ ਤੁਹਾਡੇ ਬਾਰੇ ਕਹਿੰਦਾ ਸੀ ਉਹ ਭਾਈ ਉਦੈ ਸਿੰਘ ਵੀ ਭਾਈ ਮਨੀ ਸਿੰਘ ਦਾ ਪੁੱਤਰ ਹੈ। ਕਹਿਣ ਤੋਂ ਭਾਵ ਕਿ ਭਾਈ ਮਨੀ ਸਿੰਘ ਇਤਿਹਾਸਕਾਰ ਕਹਿੰਦੇ ਨੇ ਵੀ 12 ਭਾਈ ਹੋਏ ਨੇ। 12 ਭਰਾਵਾਂ 'ਚੋਂ ਇੱਕ ਭਰਾ ਛੋਟੀ ਉਮਰੇ ਬਿਮਾਰੀ ਕਰਕੇ ਚੜ੍ਹਾਈ ਕਰ ਗਿਆ, ਬਾਕੀ 11 ਦੇ 11 ਸ਼ਹੀਦ ਹੋਏ। ਜਿਨ੍ਹਾਂ 'ਚੋਂ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦਿੱਲੀ ਦੇ ਵਿੱਚ ਸ਼ਹੀਦ ਹੋਏ, ਉਹ ਵੀ ਭਾਈ ਮਨੀ ਸਿੰਘ ਜੀ ਦੇ ਭਰਾਤਾ ਸਨ। 12 ਭਾਈਆਂ 'ਚੋਂ 11 ਭਰਾ ਸ਼ਹੀਦ ਹੋਏ ਤੇ ਫਿਰ ਇਹਨਾਂ ਦੇ 10 ਪੁੱਤਰ ਸਨ। 10 ਪੁੱਤਰਾਂ ਦੇ ਵਿੱਚੋਂ 10 ਦੇ 10 ਹੀ ਸ਼ਹੀਦ ਕਹੇ ਨੇ ਇਤਿਹਾਸਕਾਰਾਂ ਨੇ, ਕੁਝ ਨੇ 7 ਕਹੇ, ਪਰ ਬਹੁਤਿਆਂ ਦਾ ਮਤ ਹੈ ਵੀ 10 ਹੀ ਸ਼ਹੀਦ ਹੋਏ। ਜਿਨ੍ਹਾਂ 'ਚੋਂ ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨੰਦ ਸਿੰਘ, ਅਜਾਇਬ ਸਿੰਘ ਆਦਿਕ ਇਹ ਸਾਰੇ ਸਮੇਂ-ਸਮੇਂ 'ਤੇ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦਿਆਂ ਸ਼ਹੀਦ ਹੁੰਦੇ ਰਹੇ। 5 ਤਾਂ ਅਨੰਦਪੁਰ ਸਾਹਿਬ ਤੋਂ ਨਿਕਲ ਕੇ ਚਮਕੌਰ ਤੀਕਰ ਸ਼ਹੀਦ ਹੋ ਗਏ ਸਨ। 10 ਹੀ ਪੋਤਰੇ ਸਨ ਤੇ 10 ਦੇ 10 ਪੋਤਰੇ ਵਾਹਿਗੁਰੂ ਇਹਨਾਂ ਦੇ ਜਿਹੜੇ ਪੋਤਰੇ ਨੇ ਉਹਨਾਂ ਦੇ ਵਿੱਚੋਂ 10 ਪੋਤਰੇ ਗੁਰੂ ਘਰ ਦੇ ਲਈ ਲੜਦਿਆਂ ਹੋਇਆਂ ਸ਼ਹੀਦ ਹੋਏ। ਗਿਣ ਲਓ ਵੀ 11 ਭਾਈ ਅੱਗੇ 10 ਪੁੱਤਰ ਅਤੇ 10 ਪੋਤਰੇ। 31 ਤਾਂ ਭਾਈ ਮਨੀ ਸਿੰਘ ਜੀ ਦੇ ਕੇਵਲ ਆਪਣੇ ਹੀ ਪਰਿਵਾਰ ਦੇ ਸ਼ਹੀਦ ਹੋਏ। ਬਾਕੀ ਜਦੋਂ ਭਤੀਜੇ, ਚਾਚੇ, ਤਾਇਆ ਜੋ ਸਾਰਾ ਆਪਣਾ ਹੀ ਇਹਨਾਂ ਦਾ ਪਰਿਵਾਰ ਹੈ, ਜਦੋਂ ਉਹਦੀ ਗਿਣਤੀ ਕਰੀਏ ਵਿਦਵਾਨ ਦੱਸਦੇ ਨੇ ਵੀ 60 ਤੋਂ 70 ਦੇ ਵਿੱਚ ਤੀਕਰ ਭਾਈ ਮਨੀ ਸਿੰਘ ਦੇ ਟੱਬਰ ਦੇ ਜੀ ਗੁਰੂ ਪੰਥ ਵਾਸਤੇ ਮੁਗਲਾਂ ਦੇ ਨਾਲ, ਵੈਰੀਆਂ ਦੇ ਨਾਲ ਲੋਹਾ ਲੈਂਦਿਆਂ ਹੋਇਆਂ ਸ਼ਹੀਦ ਹੋਏ ਨੇ। ਕਿੱਡੇ ਮਹਾਨ ਹੋਣਗੇ ਭਾਈ ਮਨੀ ਸਿੰਘ ਸਾਹਿਬ ਵੀ ਜਿਨ੍ਹਾਂ ਦਾ ਪਰਿਵਾਰ ਗੁਰੂ ਘਰ ਵਾਸਤੇ ਸ਼ਹੀਦੀਆਂ ਦਿੰਦਾ ਰਿਹਾ ਤੇ ਆਪ ਵੀ ਸ਼ਹੀਦ ਹੋਏ ਨੇ। ਉਹਨਾਂ 17 ਸ਼ਹੀਦਾਂ 'ਚੋਂ ਭਾਈ ਮਨੀ ਸਿੰਘ ਜੀ ਆਪ ਵੀ ਸ਼ਹੀਦ ਨੇ।
ਰਹੋ ਵਿਚਾਰ। ਐਵੇਂ ਭਾਈ ਮਨੀ ਸਿੰਘ ਸਾਹਿਬ ਨੇ ਬਹੁਤ ਸੇਵਾ ਕੀਤੀ ਤੇ ਦਮਦਮਾ ਸਾਹਿਬ ਜਦੋਂ ਮਹਾਰਾਜ ਨੇ ਮੁਖੋਂ ਕੰਠੋਂ ਗੁਰਬਾਣੀ ਉਚਾਰੀ, ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾਇਆ ਸੀ। ਭਾਈ ਮਨੀ ਸਿੰਘ ਜੀ ਨੇ ਸਾਰੀ ਗੁਰਬਾਣੀ ਗੁਰੂ ਕਲਗੀਧਰ ਮਹਾਰਾਜ ਸਾਹਿਬ ਦੁਆਰਾ ਲਿਖੀ ਉਚਾਰਨ ਕੀਤੀ ਹੋਈ ਲਿਖਦੇ ਗਏ ਤੇ ਅਰਥ ਮਹਾਰਾਜ ਸਾਹਿਬ ਜੀ ਦੇ ਕੋਲੋਂ ਪੜ੍ਹੇ। ਤੇ ਸਾਧ ਸੰਗਤ ਜਿਵੇਂ ਬਾਬਾ ਦੀਪ ਸਿੰਘ ਸ਼ਹੀਦ ਜੀ ਦਾ ਜ਼ਿਕਰ ਆਉਂਦਾ ਹੈ ਵੀ ਕਿੱਡੀ ਉਹਨਾਂ ਵੀ ਕੁਰਬਾਨੀ ਕੀਤੀ ਹੈ। ਜਿਹੜੀ ਗੁਰਮਤ ਦੀ ਵਿਦਿਆ ਉਹ ਵੀ ਭਾਈ ਮਨੀ ਸਿੰਘ ਜੀ ਦੇ ਕੋਲੋਂ ਪੜ੍ਹੇ ਨੇ। ਜਿੰਨੀਆਂ ਵੀ ਗਿਆਨੀਆਂ ਦੀਆਂ ਸੰਪਰਦਾਵਾਂ ਚੱਲਦੀਆਂ ਨੇ ਨਾ ਅੱਜ ਤੀਕਰ, ਹੁਣ ਤੀਕਰ ਮਿਸ਼ਨਰੀ ਕਾਲਜ ਵੀ ਵਿੱਚੇ ਲਾ ਲਓ ਟਕਸਾਲਾਂ ਦੇ, ਉਹਨਾਂ ਸਾਰਿਆਂ ਦਾ ਮੁੱਢ ਉਹ ਭਾਈ ਮਨੀ ਸਿੰਘ ਤੋਂ ਵੱਜਦਾ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਕੋਲੋਂ ਪੜ੍ਹ ਕੇ ਵਿਦਿਆ ਲੈ ਕੇ ਭਾਈ ਮਨੀ ਸਿੰਘ ਜੀ ਨੇ ਅੱਗੇ ਬਹੁਤ ਵਿਦਿਆ ਦਾ ਪ੍ਰਚਾਰ ਕੀਤਾ। ਇਹਨਾਂ ਕੋਈ ਬਾਬਾ ਦੀਪ ਸਿੰਘ ਸਾਹਿਬ ਜੀ ਪੜ੍ਹੇ ਸਨ, ਅਨੰਦਪੁਰ ਸਾਹਿਬ ਰਹਿੰਦਿਆਂ ਹੋਇਆਂ ਭਾਵੇਂ ਅਰਥ ਦੁਬਾਰਾ ਕਲਗੀਧਰ ਸਾਹਿਬ ਤੋਂ ਸੁਣੇ। ਇਸ ਕਰਕੇ ਭਾਈ ਮਨੀ ਸਿੰਘ ਤੋਂ ਹੀ ਸਾਰੇ ਅਰਥਾਂ ਦੀਆਂ ਟਕਸਾਲਾਂ ਸੰਪਰਦਾਵਾਂ ਚੱਲਦੀਆਂ ਨੇ। ਅੱਗੇ ਤੋਂ ਅੱਗੇ ਵਿਦਵਾਨ ਨਿਕਲਦੇ ਗਏ, ਕਈ ਕਾਲਜਾਂ 'ਚ ਚਲੇ ਗਏ, ਕਈਆਂ ਨੇ ਸੰਪਰਦਾਵਾਂ, ਕਈਆਂ ਨੇ ਟਕਸਾਲਾਂ ਪ੍ਰਗਟ ਕਰ ਲਈਆਂ, ਪਰ ਉਹ ਸਾਰੀ ਅਰਥਾਂ ਦੀ ਦੇਣ ਭਾਈ ਮਨੀ ਸਿੰਘ ਸ਼ਹੀਦ ਦੀ ਹੈ। ਤੇ ਫਿਰ ਦਸਮ ਗ੍ਰੰਥ ਜਿਹੜਾ ਹੈ ਨਾ, ਇਹ ਤਾਂ ਸਾਰਾ ਪੰਥ ਹੀ ਜਾਣਦਾ ਵੀ ਦਸਮ ਗ੍ਰੰਥ ਦੀ ਬਾਣੀ ਜੋ ਹੈ ਇੱਕ ਥਾਂ ਤੇ ਭਾਈ ਮਨੀ ਸਿੰਘ ਨੇ ਕੀਤੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਬੋਲ ਸਾਂਭਣ ਵਾਲੇ ਵੀ ਭਾਈ ਮਨੀ ਸਿੰਘ ਸਾਹਿਬ ਸਨ। ਤੇ ਫਿਰ ਜਦੋਂ ਕਲਗੀਧਰ ਮਹਾਰਾਜ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਜਦੋਂ ਅਨੰਦਪੁਰ ਸਾਹਿਬ ਤੋਂ ਸਾਧ ਸੰਗਤ ਨਿਕਲੇ ਸਨ, ਉਹ ਵਿੱਚ ਬਚਨ ਛੁੱਟ ਗਿਆ। ਮਹਾਰਾਜ ਕਿਲ੍ਹਾ ਛੱਡ ਕੇ ਉਦੋਂ ਮਾਤਾਵਾਂ ਨੂੰ ਜੋ ਦਿੱਲੀ ਲਿਜਾਣ ਦੀ ਜ਼ਿੰਮੇਵਾਰੀ ਵੀ ਉਹ ਵੀ ਮਹਾਰਾਜ ਨੇ ਗੁਰੂ ਘਰ ਦਾ ਇਤਬਾਰੀ ਤੇ ਸਿਆਣਾ ਸਿੱਖ ਹੋਣ ਕਰਕੇ ਭਾਈ ਮਨੀ ਸਿੰਘ ਨੂੰ ਬਖਸ਼ੀ ਸੀ। ਦਿੱਲੀੋਂ ਫਿਰ ਦਮਦਮਾ ਸਾਹਿਬ ਆਏ ਸਨ। ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ ਮਾਤਾ ਸੁੰਦਰ ਕੌਰ ਜੀ ਨੇ ਭਾਈ ਮਨੀ ਸਿੰਘ ਨੂੰ ਭੇਜਿਆ ਹਰਿਮੰਦਰ ਸਾਹਿਬ, ਕਿਉਂਕਿ ਉੱਥੇ ਤਤ ਖਾਲਸਾ ਤੇ ਬੰਦਈ ਖਾਲਸੇ ਦੇ ਵਿੱਚ ਆਪਸ ਵਿੱਚ ਝਗੜਾ ਹੋ ਗਿਆ। ਉਹ 1721 ਈਸਵੀ 'ਚ ਪਏ ਹੋਏ ਪੰਥ ਦੇ ਝਗੜੇ ਨੂੰ ਭਾਈ ਮਨੀ ਸਿੰਘ ਜੀ ਨੇ ਬੜੀ ਸਿਆਣਪ ਦੇ ਨਾਲ ਸੁਲਝਾ ਕੇ ਗੁਰਮਤਾ ਕਰਕੇ ਏਕਤਾ ਕਰਾਤੀ। ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਇੱਥੇ ਮਾਤਾ ਜੀ ਨੇ ਥਾਪ ਦਿੱਤੇ ਤੇ ਗ੍ਰੰਥੀ ਰਹਿੰਦਿਆਂ ਮਹਾਰਾਜ ਸਾਹਿਬ ਦੀ ਸੇਵਾ ਕਰਦੇ ਰਹੇ ਤੇ ਬਹੁਤ ਲੰਮਾ ਸਮਾਂ ਹਰਿਮੰਦਰ ਸਾਹਿਬ ਸਾਧ ਸੰਗਤ ਅਕਾਲ ਤਖਤ ਸਾਹਿਬ ਤੇ ਜੋੜ ਮੇਲਾ ਨਾ ਕੋਈ ਸੱਜਿਆ, ਕਿਉਂਕਿ ਦੀਵਾਲੀ ਦਾ ਤੇ ਵਿਸਾਖੀ ਦਾ ਹੀ ਜੋੜ ਮੇਲਾ ਇਹ ਜਿਹੜਾ ਪੰਥ ਬੜੇ ਚਾਵਾਂ ਦੇ ਖੁਸ਼ੀਆਂ ਨਾਲ ਮਨਾਉਂਦਾ ਏ। ਤੇ ਬੜਾ ਲੰਮਾ ਸਮਾਂ ਜਦੋਂ ਜੋੜ ਮੇਲਾ ਕੋਈ ਨਾ ਹੋਇਆ ਤਾਂ ਫਿਰ ਭਾਈ ਮਨੀ ਸਿੰਘ ਸਾਹਿਬ ਜੀ ਨੇ 1738 ਦੇ ਵਿੱਚ ਇਹ ਮਨ ਦੀ ਭਾਵਨਾ ਆਈ ਤੇ ਵਾਹਿਗੁਰੂ 1737 ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਸਲਾਹ ਕਰਕੇ ਵੀ ਐਰਕੀ ਦੀਵਾਲੀ ਦਾ ਜੋੜ ਮੇਲਾ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਕ ਖਾਲਸਾ ਜੁੜੇ ਤੇ ਜੋੜ ਮੇਲਾ ਸੱਜਣਾ ਚਾਹੀਦਾ। ਜ਼ਕਰੀਆ ਖਾਨ ਦੇ ਨਾਲ ਗੱਲ ਕਰਕੇ 10,000 ਰੁਪਈਆ ਦੇਣਾ ਕੀਤਾ ਵੀ ਤੁਸੀਂ ਮੇਲਾ ਲਾ ਲਵੋ, ਪਰ ਟੈਕਸ ਵਜੋਂ 10,000 ਦੇ ਦਿਓ। ਭਾਈ ਮਨੀ ਸਿੰਘ ਜੀ ਨੇ ਪ੍ਰਵਾਨ ਕਰ ਲਿਆ ਵੀ ਖਾਲਸਾ ਜੁੜ ਜਾਵੇ 10,000 ਦੇਣਾ ਪਊਗਾ, ਕੋਈ ਗੱਲ ਨਹੀਂ। ਜਦੋਂ ਇੱਧਰ ਹੁਕਮਨਾਮੇ ਲਿਖ ਕੇ ਭੇਜਦੇ ਵੀ ਐਰਕੀ ਜੋ ਦੀਵਾਲੀ ਆ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਤੇ ਜੁੜੇ ਮਨਾਵੇ ਆ ਕੇ, ਉਧਰ ਜ਼ਕਰੀਆ ਖਾਨ ਜਿਹੜਾ ਹੈ ਉਹਨੇ ਵੀ ਨੀਤ ਮਾੜੀ ਕੀਤੀ ਵੀ ਜਦੋਂ ਇਕੱਠੇ ਹੋਣਗੇ ਇਕੱਠਿਆਂ ਨੂੰ ਮਾਰ ਦੋ, ਉੱਦਾਂ ਦਾ ਲੱਭਦੇ ਨਹੀਂ ਹੈ। ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗ ਗਿਆ ਵੀ ਸਰਕਾਰ ਦੀ ਨੀਅਤ ਮਾੜੀ ਹੈ। ਇਹਨਾਂ ਚਿੱਠੀਆਂ ਜਿੰਨੀਆਂ ਹੋਈਆਂ ਲਿਖ ਕੇ ਭੇਜਤੀਆਂ ਵੀ ਕੋਈ ਆਵੇ ਨਾ ਇੱਥੇ ਅੰਮ੍ਰਿਤਸਰ ਸਾਹਿਬ। ਬਹੁਤ ਸਾਰੀ ਫੌਜ ਲਖਪਤ ਰਾਏ ਦੀ ਅਗਵਾਈ ਵਿੱਚ ਅੰਮ੍ਰਿਤਸਰ ਸਾਹਿਬ ਲਾ ਦਿੱਤੀ ਗਈ, ਪਰ ਫਿਰ ਵੀ ਸਿੱਖ ਜਿਹੜੇ ਹਨ ਰੁਕੇ ਨਾ, ਬਹੁਤੇ ਅੰਮ੍ਰਿਤਸਰ ਸਾਹਿਬ ਇਕੱਠੇ ਹੋ ਗਏ। ਇਕੱਠੇ ਹੋਏ ਇਸ਼ਨਾਨ ਕਰਨ ਆਏ, ਮਹਾਰਾਜ ਦੇ ਦਰਸ਼ਨ ਕਰਨ ਆਇਆਂ ਨੂੰ ਮੁਗਲਾਂ ਨੇ ਫੜ ਸ਼ਹੀਦ ਕੀਤਾ। ਕਈ ਸਰੋਵਰ ਦੀਆਂ ਪ੍ਰਕਰਮਾਂ 'ਚ ਸ਼ਹੀਦ ਹੋਏ, ਕਈ ਬਾਹਰ ਜਾਂਦਿਆਂ ਸ਼ਹੀਦ ਕਰਤੇ, ਕਈ ਆ ਹੀ ਰਹੇ ਸਨ ਉਹਨਾਂ ਨੂੰ ਫੜ ਕੇ ਸ਼ਹੀਦ ਕਰ ਦਿੱਤਾ। ਭਾਈ ਮਨੀ ਸਿੰਘ ਜੀ ਨੇ ਬਹੁਤ ਨਾਰਾਜ਼ਗੀ ਦੇ ਸਹਿਤ ਚਿੱਠੀ ਵੀ ਲਿਖੀ ਲਾਹੌਰ, ਪਰ ਉਹਨਾਂ ਦੇ ਕੀ ਅਸਰ ਹੋਣਾ ਸੀ, ਉਹਦੇ ਗੁਰੂ ਘਰ ਦੇ ਪਹਿਲਾਂ ਹੀ ਦੋਖੀ ਸਨ ਜਿਹੜੇ ਮੁਗਲ ਵੈਰੀ ਹਨ। ਅਖੀਰ ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਵੀ 10,000 ਜਮ੍ਹਾਂ ਕਰਾਓ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਸਾਡਾ ਇਕਰਾਰ ਹੋਇਆ ਸੀ, ਤੁਸੀਂ ਮੇਲਾ ਲੱਗਣ ਦਿਓ।
ਤੁਹਾਨੂੰ 10,000 ਦੇਵਾਂਗੇ, ਪਰ ਤੁਸੀਂ ਮੇਲਾ ਲੱਗਣ ਨਹੀਂ ਦਿੱਤਾ। ਉਲਟਾ ਜਿਹੜੇ ਸਿੱਖ ਸ਼ਹੀਦ ਕੀਤੇ ਨੇ ਕੋਈ ਪੈਸਾ ਨਹੀਂ ਅਸੀਂ ਦੇ ਸਕਦੇ। ਹੁਕਮ ਹੋਇਆ ਵੀ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਲਿਆਂਦਾ ਜਾਵੇ। ਭਾਈ ਮਨੀ ਸਿੰਘ ਜੀ ਨੂੰ ਫੜ ਕੇ ਲਾਹੌਰ ਲੈ ਕੇ ਗਏ। ਜ਼ਕਰੀਆ ਖਾਨ ਨੇ ਉੱਥੇ ਕਿਹਾ 10,000 ਜਮ੍ਹਾਂ ਕਰਾਓ, ਨਹੀਂ ਤੇ ਸਜ਼ਾ ਦਿੱਤੀ ਜਾਏਗੀ। ਉਹ ਕਹਿੰਦੇ ਜਦੋਂ ਮੇਲਾ ਹੀ ਨਹੀਂ ਲੱਗਾ ਤੇ ਪੈਸਾ ਕਾਹਦਾ ਤੁਹਾਨੂੰ ਦਈਏ, ਤੁਸੀਂ ਸਾਡੇ ਸਿੱਖ ਸ਼ਹੀਦ ਕੀਤੇ ਨੇ। ਉਲਟਾ ਉਸ ਵੇਲੇ ਭਾਈ ਮਨੀ ਸਿੰਘ ਜੀ ਨੂੰ ਮੌਤ ਦਾ ਹੁਕਮ ਕਾਜੀ ਦੇ ਦੁਆਰਾ ਫਤਵਾ ਦਵਾਇਆ ਗਿਆ ਵੀ ਇਹਨਾਂ ਦਾ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਜਾਵੇ। ਤੇ ਸਾਧ ਸੰਗਤ ਜਦੋਂ ਬੰਦ ਕੱਢ ਕੇ ਸ਼ਹੀਦ ਕਰਨ ਦਾ ਹੁਕਮ ਹੋਇਆ ਤੇ ਜੋ ਉਹਨਾਂ ਦਾ ਇੱਕ ਨਿਯਮ ਸੀ ਉਹਦੇ ਮੁਤਾਬਕ ਉਹਨਾਂ ਪਹਿਲਾਂ ਪੁੱਛਿਆ ਵੀ ਜੇ ਇਸਲਾਮ ਕਬੂਲ ਕਰ ਲਵੋਗੇ ਤੁਹਾਡੀ ਜਾਨ ਬਖਸ਼ੀ ਜਾਏਗੀ, ਨਹੀਂ ਤੇ ਸ਼ਹੀਦ ਕਰ ਦਿੱਤੇ ਜਾਓਗੇ, ਮਾਰ ਦਿੱਤੇ ਜਾਓਗੇ। ਭਾਈ ਮਨੀ ਸਿੰਘ ਜੀ ਕਹਿੰਦੇ ਵੀ ਜਿਹੜਾ ਆਪਣਾ ਧਰਮ ਹੁੰਦਾ ਏ ਇਹਦੇ ਵਿੱਚ ਜਿਹੜਾ ਰਹਿਣਾ ਹੈ ਨਾ, ਇਸ ਧਰਮ ਦੇ ਵਿੱਚ ਰਹਿਣ ਦੇ ਨਾਲ ਆਪਣੇ ਧਰਮ ਕਰਕੇ ਹੀ ਸ਼ੋਭਾ ਹੁੰਦੀ ਹੈ। ਆਪਣੇ ਧਰਮ ਦੀ ਪਰਪਕਤਾ ਕਰਕੇ ਹੀ ਪਰਲੋਕ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਹੁੰਦੀ। ਫਿਰ ਧਰਮ ਕਾਹਤੋਂ ਤਿਆਗਣਾ ਹੈ? ਸਰੀਰ ਦਾ ਕੀ ਹੈ? ਖੱਲੜੀ ਤਾਂ ਇੱਕ ਦਿਨ ਨਾਸ ਹੋਣੀ, ਬਿਨਸਣੀ ਹੋਈ ਹੈ। ਤੁਸੀਂ ਸ਼ਹੀਦ ਕਰਨ ਦੀ ਤਿਆਰੀ ਕਰੋ। ਲਾਹੌਰ ਦੇ ਵਿੱਚ ਨਖਾਸ ਚੌਂਕ ਹੈ ਜਿੱਥੇ ਸਿੰਘਾਂ ਨੂੰ ਸ਼ਹੀਦ ਕਰਦੇ ਹੁੰਦੇ ਸਨ। ਭਾਈ ਮਨੀ ਸਿੰਘ ਜੀ ਨੂੰ ਲੈ ਕੇ ਆਏ। ਜਲਾਦ ਜਿਹੜਾ ਹੈ ਉਹ ਸਿੱਧਾ ਬਾਂਹ ਤੋਂ ਵਾਰ ਕਰਕੇ ਕੱਟਣ ਲੱਗਾ। ਭਾਈ ਮਨੀ ਸਿੰਘ ਜੀ ਨੇ ਹੱਥ ਦਾ ਇਸ਼ਾਰਾ ਕਰਕੇ ਰੋਕਤਾ। ਉਹ ਕਹਿਣ ਲੱਗਾ ਵੇਖਿਆ ਗੱਲਾਂ ਨਾਲ ਹੀ ਮਰਨਾ ਜਿਹੜਾ ਸੌਖਾ ਹੁੰਦਾ ਹੈ, ਹੁਣ ਵਾਰ ਨਹੀਂ ਝੱਲਿਆ ਜਾਣਾ ਸੀ ਤਾਂ ਰੋਕਤਾ। ਭਾਈ ਮਨੀ ਸਿੰਘ ਜੀ ਕਹਿੰਦੇ ਨਹੀਂ ਭਾਈ, ਮੈਂ ਤੈਨੂੰ ਆਪਣੀ ਮੌਤ ਦੇ ਡਰੋਂ ਨਹੀਂ ਰੋਕਿਆ, ਮੈਂ ਤੈਨੂੰ ਤੇਰੇ ਮਾਲਕ ਦਾ ਹੁਕਮ ਯਾਦ ਕਰਾਉਣ ਲਈ ਰੋਕਿਆ ਵੀ ਤੇਰੇ ਮਾਲਕ ਨੇ ਕਿਹਾ ਵੀ ਮਨੀ ਸਿੰਘ ਦਾ ਬੰਦ ਕੱਟਣਾ ਹੈ। ਤੇ ਇਸ ਕਰਕੇ ਤੂੰ ਸਿੱਧਾ ਬਾਂਹ ਵੱਢਣ ਲੱਗਾ। ਬੰਦ ਇੱਥੋਂ ਪੁੱਟਿਆਂ ਤੋਂ ਸ਼ੁਰੂ ਹੁੰਦੇ ਨੇ, ਜਿਹੜੇ ਅੰਗ ਮੁੜਦੇ ਨੇ ਉਹਨੂੰ ਬੰਦ ਕਹਿੰਦੇ ਆ, ਜਿੱਥੇ ਜੋੜ ਹੁੰਦਾ। ਤੇ ਕਹਿੰਦੇ ਵੀ ਇੱਥੋਂ ਪੁੱਟੇ ਵੱਢ। ਪਹਿਲਾਂ ਆਪਣੇ ਹੱਥ ਦੇ ਭਾਈ ਮਨੀ ਸਿੰਘ ਜੀ ਨੇ ਪੁੱਟੇ ਵਢਾਏ, ਫਿਰ ਸਾਧ ਸੰਗਤ ਉਂਗਲਾਂ, ਫਿਰ ਗੁੱਟ ਦਾ ਜੋੜ, ਫਿਰ ਅਰਕ ਦੇ ਜੋੜ, ਫਿਰ ਮੋਢੇ ਦਾ, ਇਸੇ ਤਰ੍ਹਾਂ ਸੱਜੇ ਖੱਬੇ ਆਪਣੇ ਸਰੀਰ ਦੇ ਜਿੰਨੇ ਵੀ ਬੰਦ ਸਨ ਭਾਈ ਮਨੀ ਸਿੰਘ ਜੀ ਬੰਦ ਕਟਾਉਂਦੇ ਰਹੇ। ਤੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਉਹਨਾਂ ਦੇ ਮੁਖ ਦੇ ਵਿੱਚ ਚੱਲਦਾ ਰਿਹਾ। ਨਹਿ ਕਛ ਜਨਮੈ ਨਹਿ ਕਛ ਮਰੈ ਆਪਨ ਚਲਤ ਆਪ ਹੀ ਕਰੈ ਦੀਆਂ ਪੰਕਤੀਆਂ ਉਹਨਾਂ ਦੇ ਮੁਖ ਵਿੱਚ ਵਾਰ ਦੁਹਰਾਈਆਂ ਜਾਂਦੀਆਂ ਰਹੀਆਂ ਵੀ ਕੋਈ ਜੰਮਦਾ ਨਹੀਂ, ਕੋਈ ਮਰਦਾ ਨਹੀਂ, ਇਹ ਪਰਮੇਸ਼ਰ ਦੀ ਖੇਡ ਹੈ। ਤੇ ਐਸਿਆਂ ਬਾਰੇ ਹੀ ਮਹਾਰਾਜ ਕਹਿੰਦੇ ਧੰਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਾਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ। ਇਹ ਸਰੀਰ ਤਾਂ ਨਹੀਂ ਸਦਾ ਰਹਿਣਾ, ਇਹਦੇ ਵੀ ਸੂਰਮਾ ਉਹ ਹੈ ਜਿਹੜਾ ਮੁਖੋਂ ਰੱਬ ਦਾ ਨਾਮ ਜਪਦਾ ਰਹੇ, ਦਿਲ ਵਿੱਚ ਸਦਾ ਵੈਰੀਆਂ ਦੇ ਨਾਲ ਜੂਝਣ ਦਾ ਖਿਆਲ ਰੱਖੇ, ਸਦਾ ਧਰਮ ਲਈ ਮਰਨ ਲਈ ਤਿਆਰ ਰਹੇ, ਕਿਉਂਕਿ ਦੇਹ ਅਨਿਤ ਇਹ ਨਾਸ ਹੋਣ ਵਾਲੀ ਹੈ। ਨਾ ਨਿਤ ਰਹੇ, ਸਦਾ ਨਹੀਂ ਰਹਿਣੀ। ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੇ। ਕਹਿੰਦੇ ਵੀ ਜਸ ਦੀ ਬੇੜੀ ਤੇ ਚੜ ਜੇ, ਭਵ ਸਾਗਰ ਤਾਰੇ, ਸੰਸਾਰ ਸਮੁੰਦਰ ਤੋਂ ਆਪਣੇ ਆਪ ਨੂੰ ਪਾਰ ਕਰ ਲਵੇ। ਜਸ ਨਾਵ ਚੜੇ ਭਵ ਸਾਗਰ ਤਾਰ ਹੈ, ਗਿਆਨ ਹੈ ਕਿ ਵੱਢਣੀ ਮਨੋ ਹਾਥ ਲੈ, ਕਾਤਰ ਤੱਕ ਪਵਾਰ ਬਹਾਰ। ਜਿਵੇਂ ਬੀਬੀਆਂ ਝਾੜੂ ਲੈ ਕੇ ਵਿਹੜੇ ਚੋਂ ਕੂੜਾ ਬਾਹਰ ਖਿੱਚ ਕੱਢ ਦਿੰਦੀਆਂ ਨੇ ਨਾ, ਇਵੇਂ ਕਹਿੰਦੇ ਗਿਆਨ ਦੀ ਬੌਕਰ ਲੈ ਕੇ ਆਪਣੇ ਅੰਦਰੋਂ ਜੋ ਕਾਇਰਪੁਣਾ ਹੈ, ਜੋ ਨਿਗੱਲਾਪਣ ਹੈ, ਜੋ ਧਰਮ ਤੋਂ ਬੇਮੁਖਤਪੁਣਾ ਹੈ, ਉਹਨੂੰ ਗਿਆਨ ਦੇ ਝਾੜੂ ਦੇ ਨਾਲ ਬਾਹਰ ਕੱਢ ਦਵੇ। ਫਿਰ ਧੰਨ ਜੀ ਉੱਥੇ ਕੋ ਜਗ ਮੈਂ, ਉਹਦਾ ਸੰਸਾਰ ਜਿਉਣਾ ਧੰਨ ਹੈ, ਉਹਨਾਂ ਦਾ ਮਰਨਾ ਵੀ ਧੰਨ ਹੋ ਜਾਂਦਾ ਏ। ਤੇ 1738 ਈਸਵੀ ਦੇ ਵਿੱਚ 94 ਸਾਲ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣਾ ਬੰਦ ਕਟਾ ਕੇ ਤੇ ਸ਼ਹਾਦਤ ਪ੍ਰਾਪਤ ਕੀਤੀ। ਸ਼ਹੀਦ ਹੋਣ ਤੋਂ ਪਹਿਲਾਂ ਇੱਕ ਗੱਲ ਹੋਰ ਵੀ ਪੁੱਛੀ ਗਈ ਸੀ। ਕਹਿਣ ਲੱਗੇ ਚਲੋ ਮਾਮਲਾ ਨਾ ਤਾਰੋ, ਇਸਲਾਮ ਨਾ ਕਬੂਲ ਕਰੋ, ਤੁਹਾਨੂੰ ਸਿੰਘਾਂ ਦੇ ਪਤੇ ਹੈ ਵੀ ਸਿੰਘ ਕਿੱਥੇ ਰਹਿੰਦੇ ਨੇ, ਉਹਨਾਂ ਦੇ ਸਾਨੂੰ ਐਡਰੈਸ ਦੇ ਦਿਓ, ਤੁਹਾਨੂੰ ਛੱਡ ਦਿਆਂਗੇ, ਬਸ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡੇ ਸਿੰਘ ਕਿਹੜੇ ਥਾਵਾਂ 'ਤੇ ਕਿਹੜੇ ਜੰਗਲਾਂ 'ਚ ਕਿੱਥੇ ਰਹਿੰਦੇ ਹਨ। ਤੇ ਭਾਈ ਮਨੀ ਸਿੰਘ ਜੀ ਨੇ ਉਦੋਂ ਇਨਕਾਰ ਕੀਤਾ ਸੀ ਕਿ ਮੈਂ
ਗੁਰੂ ਕਲਗੀਧਰ ਮਹਾਰਾਜ ਦਾ ਸਿੱਖ ਤੇ ਆਪਣੇ ਭਰਾਵਾਂ ਨੂੰ ਆਪਣੀ ਜਾਨ ਪਿੱਛੇ ਮਰਾਵਾਂਗਾ। ਜਿਹਨੂੰ ਕਹਿ ਦਿੰਦੇ ਨਾ ਵੀ ਇਹ ਜਸੂਸ ਬਣ ਜਾਣਾ ਜਾਂ ਟੌਟ ਬਣ ਜਾਣਾ ਜਾਂ ਸਰਕਾਰੀ ਗਵਾਹ ਬਣ ਜਾਣਾ, ਕਹਿੰਦੇ ਵੀ ਮੈਂ ਆਪਣੇ ਇਸ ਨਾਸਵੰਤ ਸਰੀਰ ਨੂੰ ਬਚਾਉਣ ਵਾਸਤੇ ਹੁਣ ਤੁਹਾਡੇ ਕੋਲੋਂ ਮੈਂ ਆਪਣੇ ਭਾਈ ਮਰਾਵਾਂ, ਇਹ ਹੋ ਨਹੀਂ ਸਕਦਾ। ਇਸ ਤਰ੍ਹਾਂ ਦੇ ਭਾਈ ਮਨੀ ਸਿੰਘ ਜੀ ਦਾ ਅਕੀਦਾ ਸੀ ਵੀ ਆਪਣੀ ਜਾਨ ਦੀ ਨਹੀਂ ਪਰਵਾਹ ਕੀਤੀ। ਸੂਰਮੇ ਉਹੀ ਹੈ ਜਿਹੜੇ ਆਪਾ ਵਾਰ ਦਿੰਦੇ ਆ ਪਰ ਕਿਸੇ ਹੋਰ ਤੇ ਆਂਚ ਨਹੀਂ ਆਉਣ ਦਿੰਦੇ, ਦੂਸਰੇ ਦਾ ਨਾਮ ਵੀ ਨਹੀਂ ਲੈਂਦੇ। ਇਹ ਭਾਈ ਮਨੀ ਸਿੰਘ ਸਾਹਿਬ ਜੀ ਦੇ ਜੀਵਨ ਬਾਰੇ ਸ਼ਹੀਦ ਬਿਲਾਸ ਵਿੱਚ ਲਿਖਿਆ ਏ ਵੀ ਵੱਡਾ ਦਮਾਲਾ ਬੰਨ੍ਹਦੇ ਸਨ ਅਤੇ ਫਿਰ ਨੀਲੇ ਰੰਗ ਦਾ ਚੋਲਾ ਪਾ ਕੇ ਚੱਕਰ ਸਜਾ ਕੇ ਤਿਆਰ ਹੋ ਕੇ ਤੇ ਵੱਡਾ ਕਸ਼ਹਿਰਾ ਤੇੜ ਪਾ ਕੇ ਕਮਰ ਕੱਸਾ ਦੇ ਮੁਖੋਂ ਅਕਾਲ ਅਕਾਲ ਕਹਿੰਦੇ, ਬਾਣੀ ਪੜ੍ਹਦੇ, ਕਦੀ ਦੋ ਧਾਰਾ ਲੈ ਕਰਕੇ ਕੀਰਤਨ ਕਰਦੇ। ਆਸਾ ਜੀ ਦੀ ਵਾਰ ਦਾ ਕੀਰਤਨ ਹਰਿਮੰਦਰ ਸਾਹਿਬ ਆਪ ਕਰਦੇ ਰਹੇ। ਐਸਾ ਇਹਨਾਂ ਦਾ ਜੀਵਨ ਵੀ 94 ਸਾਲਾਂ ਦੇ ਵਿੱਚੋਂ 81 ਵਰੇ ਗੁਰੂ ਮਹਾਰਾਜ ਦੇ ਘਰ ਦੇ ਸੇਵਾਦਾਰ ਬਣ ਕੇ ਸੇਵਾ ਕੀਤੀ ਤੇ ਸੇਵਾ ਵੀ ਐਸੀ ਕੀਤੀ ਵੀ ਬੰਦ ਵੀ ਕਟਾ ਗਏ, ਪਰ ਰੋਮ ਰੋਮ ਕਰਕੇ ਮਹਾਰਾਜ ਦੀ ਗੁਰਬਾਣੀ ਦਾ ਜਾਪ ਚੱਲਦਾ ਰਿਹਾ। ਪਰਿਵਾਰ ਦੇ ਜੀ 70 ਤੋਂ ਵੱਧ ਸ਼ਹੀਦ ਹੋਏ, ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੱਚਖੰਡ ਹਰਿਮੰਦਰ ਸਾਹਿਬ ਦੇ ਗ੍ਰੰਥੀ ਦੀ ਸੇਵਾ ਦਾ ਮਾਣ ਮਿਲਿਆ। ਉਹਨਾਂ ਦੇ ਨਾਂ ਤੋਂ ਟਕਸਾਲਾਂ ਚੱਲੀਆਂ, ਗੁਰਬਾਣੀ ਦੇ ਅਰਥਾਂ ਦੀ ਵਿਦਿਆ ਚੱਲੀ, ਗੁਰਬਾਣੀ ਦੇ ਪਾਠ ਦੀ ਸੰਥਿਆ ਕਰਾਉਂਦੇ ਰਹੇ ਤੇ ਗੁਰਬਾਣੀ ਦੀਆਂ ਪੋਥੀਆਂ ਵੀ ਭਾਈ ਮਨੀ ਸਿੰਘ ਨੇ ਲਿਖਾਈਆਂ ਸਨ, ਜਿਵੇਂ ਭਗਤਾਂ ਦੀ ਬਾਣੀ, ਵਾਰਾਂ, ਹੋਰ ਬਾਣੀਆਂ ਜੋ ਵੱਖ-ਵੱਖ ਪੋਥੀਆਂ ਦੇ ਰੂਪ ਵਿੱਚ ਕੀਤੀਆਂ। ਇਹ ਵੀ ਭਾਈ ਮਨੀ ਸਿੰਘ ਜੀ ਦੀ ਦੇਣ ਹੈ ਵੀ ਸਿੱਖਾਂ ਨੂੰ ਪੜ੍ਹਨ ਸਿੱਖਣ ਵਾਸਤੇ ਗੁਰਬਾਣੀ ਪੋਥੀਆਂ ਦੇ ਰੂਪ ਵਿੱਚ ਮੁਹੱਈਆ ਕਰਾਈ ਤੇ ਦਸਮ ਗ੍ਰੰਥ ਦਾ ਸਭ ਤੋਂ ਵੱਡਾ ਪਰਉਪਕਾਰ ਕੀਤਾ ਵੀ ਉਹ ਮਹਾਰਾਜ ਦੀ ਬਾਣੀ ਸਾਡੇ ਤਾਈਂ ਭਾਈ ਮਨੀ ਸਿੰਘ ਸਾਹਿਬ ਨੇ ਪਹੁੰਚਾਈ ਹੈ। ਐਸੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਚਰਨਾਂ ਤੇ ਜਿੰਨੀ ਵਾਰਾਂ ਹੀ ਸਜਦਾ ਕਰੀਏ, ਸਿਰ ਝੁਕਾਈਏ, ਓਨਾ ਹੀ ਘੱਟ ਹੈ। ਕਿੱਥੇ ਕੋਈ ਦੇਣ ਦੇ ਸਕਦਾ ਹੈ ਐਸੇ ਮਹਾਨ ਪੰਥਕ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦਾ। ਉਹਨਾਂ ਦੇ ਨਾਲ ਹੋਰ ਵੀ ਕੁਝ ਸਿੰਘ ਸ਼ਹੀਦ ਹੋਏ, ਭਾਈ ਮਨੀ ਸਿੰਘ ਨਾਲ ਦੇ ਸਾਥੀ ਸਿੰਘ ਤੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਨਮਸਕਾਰ ਹੈ, ਜਿਨ੍ਹਾਂ ਦਾ ਸਦਕਾ ਸੀ ਸੁਖ ਆਨੰਦ ਦੇ ਨਾਲ ਆਪਣੇ ਜੀਵਨ ਦੇ ਵਿੱਚ ਬੈਠੇ ਆ। ਆ ਵੱਡੇ ਵੱਡੇ ਦਰਬਾਰ ਬਣੇ ਨੇ, ਆ ਘਰ-ਬਾਰ ਬਣੇ ਨੇ, ਸਾਧ ਸੰਗਤ, ਇਹ ਸਤਿਗੁਰੂ ਮਹਾਰਾਜ ਦੇ ਗੁਰੂ ਦੇ ਸ਼ਹੀਦਾਂ ਦੇ ਖੂਨ, ਮਿੱਝ ਤੇ ਹੱਡੀਆਂ ਦੇ ਉੱਤੇ ਹੀ ਇਹ ਖਲੋਤੇ ਨੇ ਸਭ ਕੁਝ। ਜਦੋਂ ਕਦੇ ਤੁਸੀਂ ਵੱਡੇ ਦਰਬਾਰਾਂ 'ਚ ਬਹੋ, ਆਪਣੇ ਪੱਕਿਆਂ ਘਰਾਂ 'ਚ ਬੈਠੋ, ਤੁਹਾਡੇ ਮਨ 'ਚ ਚੇਤਾ ਹੋਣਾ ਚਾਹੀਦਾ ਵੀ ਭਾਵੇਂ ਕਹਿਣ ਨੂੰ ਇੱਥੇ ਨੀਂਹ ਇੱਟਾਂ ਦੀ ਆ, ਪਰ ਸਾਡੇ ਸਮੂਹ ਮਕਾਨਾਂ ਦੇ ਗੁਰਧਾਮਾਂ ਦੀਆਂ ਨੀਹਾਂ ਦੇ ਥੱਲੇ ਸਾਡੇ ਸ਼ਹੀਦਾਂ ਦਾ ਖੂਨ ਤੇ ਮਿੱਝ ਦਾ ਗਾਰਾ ਲੱਗਾ ਹੋਇਆ ਏ। ਉਹਨਾਂ ਦੇ ਹੱਡਾਂ ਦੇ ਆਸਰੇ ਖਲੋਤਾ ਏ ਮਹਿਲ, ਕਿਉਂਕਿ ਸ਼ਹਾਦਤਾਂ ਤੋਂ ਬਗੈਰ ਪੰਥ ਨਹੀਂ, ਕੋਈ ਕੌਮ ਨਹੀਂ ਜਿਉਂਦਾ ਰਹਿ ਸਕਦੀ। ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ, ਕੌਮਾਂ ਕੁਰਬਾਨੀਆਂ ਨਾਲ ਜਿਉਂਦੀਆਂ ਨੇ, ਇਤਿਹਾਸ ਕੁਰਬਾਨੀਆਂ ਦਾ ਸਦਕਾ ਰਹਿੰਦਾ ਏ। ਆਓ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਜੋ ਅੰਮ੍ਰਿਤ ਵੇਲੇ ਮਹਾਰਾਜ ਸਾਹਿਬ ਜੀ ਦੇ ਗੁਰ ਸ਼ਬਦ ਦੀ ਵਿਚਾਰ ਹੈ ਉਹ ਸਰਵਣ ਕਰਨ ਹਿਤ ਰਸਨਾ ਪਵਿੱਤਰ ਕਰੀਏ। ਸਾਰੀ ਹੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਪਹਿਲਾ। ਧਨਾਸਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਪਾਵਨ ਉਪਦੇਸ਼ ਬਖਸ਼ਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਦੋ ਰਾਂ ਸ਼ਬਦ ਆਉਂਦਾ ਹੈ। ਇੱਕ ਰਾਂ ਇੱਥੇ 16 ਸਾਹਿਬ ਜੋ ਬਾਣੀ ਚੱਲ ਰਹੀ ਹੈ ਉਹਦੇ ਅੰਦਰ ਤੀਸਰੇ ਨੰਬਰ ਤੇ ਸ਼ਬਦ ਸੁਭਾਏਮਾਨ ਹੈ 13 ਅੰਗ ਦੇ ਉੱਤੇ, ਤੇ ਫਿਰ 663 ਅੰਗ ਤੇ ਧਨਾਸਰੀ ਰਾਗ ਦੇ ਵਿੱਚ ਆਉਂਦਾ ਹੈ। ਸਿਰ ਲੇਖ ਦਾ ਮਹਾਰਾਜ ਨੇ ਫਰਕ ਪਾਇਆ, ਜਿਵੇਂ ਇੱਥੇ ਰਾਗ ਧਨਾਸਰੀ ਮਹੱਲਾ ਪਹਿਲਾ ਲਿਖਿਆ ਹੈ ਪੰਜਵੇਂ ਪਾਤਸ਼ਾਹ ਨੇ, ਉੱਥੇ ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓਮਕਾਰ ਸਤਿਗੁਰ ਪ੍ਰਸਾਦ ਲਿਖਿਆ ਹੈ। ਜਦੋਂ ਧਨਾਸਰੀ ਰਾਗ ਵਿੱਚ ਸ਼ਬਦ ਆਉਂਦਾ, ਕੁਝ ਪਾਠਾਂ ਦੇ ਉਚਾਰਨ ਦਾ ਫਰਕ ਰੱਖਿਆ।
ਇਹ ਮਹਾਰਾਜ ਸਾਹਿਬ ਦੀ ਆਪਣੀ ਮਰਜ਼ੀ ਹੈ। ਗੁਰੂ ਸਾਹਿਬ ਸੁਤੰਤਰ ਨੇ, ਉਹ ਕਾਰਨ ਆਪ ਜਾਣਦੇ ਨੇ। ਜਦੋਂ ਕੋਈ ਸ਼ਬਦ ਇੱਕ ਤੋਂ ਵਧੇਕ ਵਾਰ ਆਇਆ ਏ ਤਾਂ ਫਿਰ ਉਹਦੇ ਵਿੱਚ ਪਾਠ ਦਾ ਅੰਤਰ ਫਰਕ ਮਹਾਰਾਜ ਸਾਹਿਬ ਜੀ ਨੇ ਰੱਖਿਆ ਹੈ, ਤਾਂ ਕਿ ਵੀ ਇਹ ਪਤਾ ਲੱਗੇ ਵੀ ਇਹ ਸ਼ਬਦ ਕਿੱਥੇ ਦਰਜ ਹੈ, ਕਿਹੜੇ ਅੰਗ ਤੇ ਸੁਭਾਏਮਾਨ ਹੈ। ਤੇ ਇਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸ਼ਬਦ ਸਾਧ ਸੰਗਤ ਜੀ ਉੜੀਸਾ ਦੇ ਵਿੱਚ ਜਗਨਨਾਥਪੁਰੀ, ਜਿੱਥੇ ਮੰਗੂ ਮੱਠ ਹੈ, ਉਸ ਥਾਂ ਦੇ ਉੱਤੇ ਸੁਭਾਏਮਾਨ ਹੋ ਕੇ ਉਚਾਰਨ ਕੀਤਾ ਸੀ। ਜਗਤ ਜਲੰਦੇ ਨੂੰ ਤਾਰਦਿਆਂ ਸਤਿਗੁਰੂ ਪਾਤਸ਼ਾਹ ਜਦੋਂ ਜਗਨਨਾਥਪੁਰੀ, ਮੰਦਰ ਤਾਂ ਬਹੁਤ ਨੇ ਹਿੰਦੂ ਧਰਮ ਦੇ, ਪਰ ਜਗਨਨਾਥਪੁਰੀ ਨੂੰ ਇਹ ਰੱਬ ਦਾ ਮੰਦਰ ਮੰਨਦੇ ਨੇ ਵੀ ਇਹ ਰੱਬ ਦਾ ਮੰਦਰ ਹੈ। ਬਾਕੀ ਦੇਵਤਿਆਂ ਦੇ ਮੰਦਰ ਨੇ, ਹੋਰ ਅਵਤਾਰਾਂ ਦੇ ਮੰਦਰ ਨੇ, ਪਰ ਰੱਬ ਦਾ ਮੰਦਰ ਜਗਨਨਾਥ, ਨਾਮ ਤੋਂ ਹੀ ਪਤਾ ਲੱਗਦਾ ਵੀ ਜਗਤ ਦਾ ਮਾਲਕ ਰੱਬ ਦਾ ਮੰਦਰ ਮੰਨਦੇ ਹਨ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪਹੁੰਚੇ। ਮੰਗੂ ਮੱਠ ਵਾਲੇ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਬੈਠੇ। ਭਾਵੇਂ ਕਿ ਉਹ ਮੰਗੂ ਮੱਠ ਨੂੰ ਢਾਹ ਦਿੱਤਾ ਹੈ, ਸਾਡਾ ਕੋਈ ਉਦਮ ਨਹੀਂ ਕਰਦਾ। ਇੱਥੇ ਮਹਾਰਾਜ ਸਾਹਿਬ ਜੀ ਦੇ ਪਾਵਨ ਹੱਥਾਂ ਦੇ ਨਾਲ ਮਿੱਠੇ ਜਲ ਦਾ ਖੂਹ ਵੀ ਪਾਤਸ਼ਾਹ ਨੇ ਪ੍ਰਗਟ ਕੀਤਾ ਸੀ, ਕਿਉਂਕਿ ਪਾਣੀ ਇੱਧਰ ਨਹੀਂ ਸੀ ਠੀਕ ਪੀਣ ਯੋਗ, ਖਾਰਾ ਪਾਣੀ ਸੀ। ਸਮੁੰਦਰ ਦਾ ਇਲਾਕਾ ਹੋਣ ਕਰਕੇ ਪਾਣੀ ਪੀਣ ਨੂੰ ਲੋਕ ਤਰਸ ਰਹੇ ਸਨ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਹੱਥਾਂ 'ਚ ਸੋਟਾ ਲੈ ਕੇ ਧਰਤੀ 'ਚੋਂ ਮਿੱਠਾ ਜਲ ਪ੍ਰਗਟ ਕੀਤਾ। ਉਹ ਜਗਨਨਾਥਪੁਰੀ ਦੇ ਵਿੱਚ ਹੁਣ ਵੀ ਉਹ ਬੌਲੀ ਸਾਹਿਬ ਹੈ। ਤੇ ਭਾਵੇਂ ਕਿ ਉਹ ਕਿ ਜੋ ਪ੍ਰਗਟ ਹੋਏ ਸਥਾਨ ਅਸੀਂ ਨਹੀਂ ਸਾਂਭਦੇ, ਇਹ ਸਾਡੀ ਨਲਾਇਕੀ, ਕਿਉਂਕਿ ਸਾਨੂੰ ਉਹੀ ਚੰਗੇ ਲੱਗਦੇ ਆ ਜਿੱਥੇ ਸਾਡੀ ਰੁਚੀ ਹੋਵੇ। ਇਤਿਹਾਸ ਨਾਲ ਕੋਈ ਮਤਲਬ ਨਹੀਂ ਸਾਨੂੰ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਬਰਾਜੇ ਸਨ, ਵੇਖਦੇ ਰਹੇ ਸਾਰਾ ਦਿਨ ਵੀ ਪਾਂਡੇ ਬੜਾ ਪਖੰਡ ਕਰਦੇ ਆ, ਠੱਗਣ ਨੂੰ ਲੋਕਾਂ ਨੂੰ ਬਹੁਤ ਕੁਝ ਕਰ ਰਹੇ ਆ ਰੱਬ ਦੇ ਨਾਮ ਤੇ, ਵੀ ਇਹਨਾਂ ਨੂੰ ਸਮਝਾਉਣਾ ਹੈ। ਹੁਣ ਜੁਗਤ ਮਹਾਰਾਜ ਇਸ ਤਰ੍ਹਾਂ ਦੀ ਲੱਭਦੇ ਵੀ ਸਾਹਮਣੇ ਵਾਲਾ ਆ ਕੇ ਬੋਲੇ ਸਾਡੇ ਨਾਲ, ਉਹਨੂੰ ਜਾ ਕੇ ਨਹੀਂ ਸੀ ਕਹਿੰਦੇ ਵੀ ਤੂੰ ਗਲਤ ਕਰਦਾ। ਉਹ ਜਦੋਂ ਸਾਹਮਣੇ ਵਾਲਾ ਆ ਕੇ ਕਹਿੰਦਾ ਹੈ, ਉਦੋਂ ਗੁਰੂ ਨਾਨਕ ਦੇਵ ਮਹਾਰਾਜ ਸਮਝਾਉਂਦੇ। ਜੁਗਤ ਰਹੀ ਹੈ। ਭਾਵੇਂ ਹਰਿਦੁਆਰ ਗਏ, ਲਹਿੰਦੇ ਨੂੰ ਪਾਣੀ ਪਾਇਆ, ਉਹਨਾਂ ਪੁੱਛਿਆ ਵੀ ਇਹ ਤੁਸੀਂ ਕੀ ਕਰਦੇ, ਫੇਰ ਦੱਸਿਆ। ਭਾਵੇਂ ਮੱਕੇ ਗਏ, ਚਰਨ ਕੀਤੇ ਕਾਬੇ ਵੱਲ, ਉਹਨਾਂ ਚਰਨ ਘੁਮਾਏ, ਮੱਕਾ ਫੇਰਿਆ, ਫੇਰ ਕਲਾ ਵਰਤਾਈ। ਜਿੱਥੇ ਵੀ ਗੁਰੂ ਨਾਨਕ ਦੇਵ ਸਾਹਿਬ ਗਏ, ਭਾਵੇਂ ਉਹ ਗ੍ਰਹਿਣ, ਸੂਰਜ ਗ੍ਰਹਿਣ ਵਾਲੇ ਦਿਨ ਅੱਗ ਬਾਲਣ ਦੀ ਗੱਲ ਹੋਵੇ, ਉਹਨਾਂ ਕਿਹਾ ਵੀ ਤੁਸੀਂ ਅੱਗ ਬਾਲ ਰਹੇ ਹੋ, ਤੁਹਾਨੂੰ ਪਤਾ ਨਹੀਂ ਸੂਰਜ ਗ੍ਰਹਿਣ ਤੇ ਅੱਗ ਨਹੀਂ ਬਾਲੀ ਦੀ ਕੁਰਸ਼ੇਤਰ। ਐਵੇਂ ਮਹਾਰਾਜ ਸਾਹਿਬ ਜੁਗਤੀ ਵਰਤਦੇ ਸਨ। ਕਹਿੰਦੇ ਵੀ ਇੱਥੇ ਵੀ ਜੁਗਤੀ ਵਰਤਦੇ ਆ। ਸੰਧਿਆ ਦਾ ਸਮਾਂ ਹੋਇਆ, ਪਾਂਡੇ ਬਾਲ ਕੇ ਵੱਡੇ ਵੱਡੇ ਦੀਵੇ ਤੇ ਮੰਦਰ ਵਿੱਚ ਆਰਤੀ ਕਰਨ ਲਈ ਖਲੋ ਗਏ। ਪਰ ਗੁਰੂ ਨਾਨਕ ਦੇਵ ਸਾਹਿਬ ਮੰਦਰ ਦੇ ਬਾਰ-ਬਾਰ ਸਾਹਮਣੇ ਮੰਗੂ ਮੱਠ ਜਿੱਥੇ ਹੈ, ਉੱਥੇ ਚੌਂਕੜਾ ਮਾਰ ਕੇ ਸਤਿਗੁਰੂ ਬਰਾਜੇ ਰਹੇ। ਆਰਤੀ ਕਰਨ ਤੋਂ ਬਾਅਦ ਪਾਂਡੇ ਨੇੜੇ ਆਏ। ਪੰਡਤ ਕਹਿਣ ਲੱਗੇ ਵੀ ਆਉਂਦਾ ਤੁਸੀਂ ਸਾਧੂ ਮਹਾਤਮਾ ਦਾ ਲਿਬਾਸ ਪਾਇਆ ਏ, ਪਰ ਜਦੋਂ ਜਗਨਨਾਥ ਦੀ ਆਰਤੀ ਹੋ ਰਹੀ ਸੀ, ਤੁਸੀਂ ਆਰਤੀ ਦੇ ਵਿੱਚ ਕਿਉਂ ਨਹੀਂ ਖੜੇ ਹੋਏ? ਤੁਸੀਂ ਸਾਡੇ ਨਾਲ ਆਰਤੀ ਕਿਉਂ ਨਹੀਂ ਕੀਤੀ? ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਅਸੀਂ ਤਾਂ ਉਸ ਆਰਤੀ ਦੇ ਵਿੱਚ ਸਦਾ ਹੀ ਖਲੋਤੇ ਆ, ਸਦਾ ਹੀ ਹਾਜ਼ਰ ਹੋ ਰਹੇ ਹਾਂ। ਜਿਹੜੀ ਆਰਤੀ ਪਰਮੇਸ਼ਰ ਦੀ ਆਪਣੇ ਆਪ ਹੀ ਹੋ ਰਹੀ ਹੈ, ਅਸੀਂ ਤਾਂ ਉਹ ਆਰਤੀ ਸਦਾ ਹੀ ਕਰਦੇ ਹਾਂ ਤੇ ਉਹਦੇ ਵਿੱਚ ਹਾਜ਼ਰੀ ਭਰਦੇ ਹਾਂ। ਤੇ ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗੇ ਵੀ ਤੁਸੀਂ ਕਿਹੜੀ ਆਰਤੀ ਕਰਦੇ? ਅਸੀਂ ਦਿਖਦਾ ਤੇ ਹੈ ਨਹੀਂ, ਅਸੀਂ ਆਰਤੀ ਕੀਤੀ ਹੈ, ਦੀਵੇ ਬਾਲੇ ਹੈ, ਜੋਤਾਂ ਜਗਾਈਆਂ ਨੇ, ਪਰ ਤੁਹਾਡੀ ਆਰਤੀ ਦਾ ਕੋਈ ਥਾਲ, ਕੋਈ ਦੀਵਾ, ਕੋਈ ਜੋਤ ਕਿਉਂ ਨਹੀਂ ਦਿਖਦੀ? ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਜਿਹੜੀ ਕੁਦਰਤੀ ਆਰਤੀ ਨਿਰਾਕਾਰ ਰੂਪ ਦੀ ਹੋ ਰਹੀ, ਕਿਉਂਕਿ ਇੱਥੇ ਮਹਾਰਾਜ ਜੀ ਨੇ ਖੰਡਨ ਆਰਤੀ ਦਾ ਨਹੀਂ ਕੀਤਾ। ਕਈ ਸਾਡੇ ਲੋਕ ਕਹਿੰਦੇ ਵੀ ਆਰਤੀ ਦਾ ਖੰਡਨ ਕੀਤਾ। ਆਰਤੀ ਤਾਂ ਸ਼ਬਦ ਦੇ ਨਾਲ ਲਿਖਿਆ ਹੈ, ਜਦੋਂ ਪੜ੍ਹਦੇ ਨੇ ਧਨਾਸਰੀ ਮਹੱਲਾ ਪਹਿਲਾ ਆਰਤੀ, ਉਹਦੇ ਮਹਾਰਾਜ ਨੇ ਲਿਖਿਆ ਹੈ। ਆਰਤੀ ਦਾ ਖੰਡਨ ਨਹੀਂ ਕੀਤਾ। ਜਿਹੜੇ ਰੱਬ ਦੀ ਦੀਵੇ ਬਾਲ ਕੇ ਸਮਝਦੇ ਸੀ ਵੀ ਆਰਤੀ ਕਰ ਲਾਂਗੇ, ਨਿਰਾਕਾਰ ਦੀ ਆਰਤੀ ਨਹੀਂ ਮਹਾਰਾਜ ਕਹਿੰਦੇ ਇੱਦਾਂ ਹੋ ਸਕਦੀ, ਸਰਗੁਣ ਸਰੂਪ ਦੀ ਤਾਂ ਕਰ ਸਕਦੇ ਹਾਂ। ਨਿਰਾਕਾਰ ਦੀ ਆਰਤੀ ਤਾਂ ਆਪਣੇ ਆਪ ਹੋ ਰਹੀ ਆ। ਉਹ ਕਿਹੜੀ ਹੋ ਰਹੀ ਆ? ਮਹਾਰਾਜ ਸਾਹਿਬ ਦੱਸਦੇ ਨੇ। ਗੁਰੂ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰ ਕੇ ਤੇ ਉਹਨਾਂ ਨੂੰ ਦੱਸ ਰਹੇ ਨੇ ਵੀ ਕਿਹੜੀ ਆਰਤੀ ਹੋ ਰਹੀ ਹੈ ਤੇ ਕਿਹਦੇ ਵਿੱਚ ਅਸੀਂ ਪਾਂਡਿਓ ਹਾਜ਼ਰੀ ਭਰਦੇ ਹਾਂ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਗਗਨ ਮੈਂ ਥਾਲ, ਮੈਂ ਦੇ ਉੱਤੇ ਬਿੰਦੀ ਕਦੀ ਨਹੀਂ ਲਾਉਣੀ, ਕਿਉਂਕਿ ਮੈਂ ਦਾ ਅਰਥ ਹੈ ਵਿੱਚ।
ਜਦੋਂ ਬਿੰਦੀ ਲੱਗ ਜੇ ਉਦੋਂ ਮੈਂ ਉਹ ਆਪਣੇ ਨਾਮ ਨਾਲ ਸੰਬੋਧਨ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਗਗਨ ਮੈਂ ਛਾਲ, ਵੀ ਹੇ ਪਾਂਡਿਓ ਜੋ ਗਗਨ ਆਕਾਸ਼ ਦਿਖ ਰਿਹਾ ਤੁਹਾਨੂੰ? ਕਹਿੰਦੇ ਹਾਂ ਦਿਖ ਰਿਹਾ। ਕਹਿੰਦੇ ਵੀ ਇਹ ਜਿਹੜਾ ਗਗਨ ਹੈ ਨਾ ਪੰਡਤੋ, ਇਹੀ ਰੱਬ ਦੀ ਆਰਤੀ ਜਿਹੜੀ ਹੋ ਰਹੀ ਇਹਦਾ ਥਾਲ ਬਣਿਆ ਹੋਇਆ ਹੈ, ਅਤੇ ਉਸ ਪ੍ਰਭੂ ਦੀ ਆਰਤੀ ਜੋ ਕੁਦਰਤੀ ਤੌਰ 'ਤੇ ਆਪਣੇ ਹੋ ਰਹੀ ਹੈ ਉਹ ਗਗਨ ਰੂਪੀ ਜਿਹੜਾ ਥਾਲ ਹੈ, ਆਕਾਸ਼ ਰੂਪੀ ਥਾਲ ਹੈ, ਤੇ ਰਵ ਚੰਦ ਦੀਪਕ ਬਣੇ। ਜਿਵੇਂ ਤੁਸੀਂ ਥਾਲ 'ਚ ਦੀਵੇ ਬਾਲੇ ਆ, ਇਸੇ ਤਰ੍ਹਾਂ ਜਿਹੜਾ ਆਕਾਸ਼ ਵਿੱਚ ਕਦੀ ਚੰਦਰਮਾ ਦਿਖਾਈ ਦਿੰਦਾ ਏ, ਕਦੀ ਸੂਰਜ ਦਿਖਾਈ ਦਿੰਦਾ ਏ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆਕਾਸ਼ ਰੂਪੀ ਥਾਲ ਜੋ ਹੈ ਉਸ ਥਾਲ ਦੇ ਵਿੱਚ ਚੰਦਰਮਾ ਤੇ ਸੂਰਜ ਰੂਪੀ ਦੋ ਕਹਿੰਦੇ ਵੀ ਦੀਵੇ ਬਲ ਰਹੇ ਹਨ, ਜਿਹੜੇ ਬੁਝਦੇ ਹੀ ਨਹੀਂ, ਜਿਨ੍ਹਾਂ ਨੂੰ ਆ ਤੇਲ ਬੱਤੀ ਤੁਹਾਡੇ ਵਾਂਗ ਦੇਣ ਦੀ ਲੋੜ ਹੀ ਨਹੀਂ ਪੈਂਦੀ। ਤਾਰਿਕਾ ਮੰਡਲ ਜਨਕ ਮੋਤੀ, ਤਾਰਿਕਾ ਮੰਡਲ ਜਨਕ ਮੋਤੀ। ਤੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੋ ਤਾਰਿਕਾ ਮੰਡਲ ਹੈ ਨਾ, ਜਨਕ ਉਵੇਂ ਸੀਤਾ ਜੀ ਦੇ ਪਿਤਾ ਦਾ ਨਾਮ ਹੀ ਹੈ, ਜਨਕ ਗਿਆਨਵਾਨ ਵੀ ਕਹਿੰਦੇ ਨੇ। ਤੇ ਇੱਥੇ ਜਿਹੜਾ ਜਨਕ ਦਾ ਅਰਥ ਹੈ ਉਹ ਹੈ ਮਾਨੋ ਜਾਂ ਜਾਣੋ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਕਿਉਂਕਿ ਇਹਨਾਂ ਕਿਹਾ ਸੀ ਵੀ ਥਾਲ ਗੋਲ ਹੁੰਦਾ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਵੇਖੋ ਆਕਾਸ਼ ਵੱਲ ਵੇਖੋ, ਇਹ ਗੋਲ ਹੀ ਦਿਖ ਰਿਹਾ, ਕਿਤੇ ਨੁੱਕਰਾਂ ਦਿਖ ਰਹੀਆਂ। ਫਿਰ ਕਹਿੰਦੇ ਦੀਵੇ ਅਸੀਂ ਬਾਲਦੇ ਹਾਂ। ਮਹਾਰਾਜ ਕਹਿੰਦੇ ਤੁਸੀਂ ਤਾਂ ਵੱਟੀ ਲੈ ਕੇ ਘਿਓ ਪਾਉਂਦੇ ਹੋਗੇ, ਉਸ ਚੰਦ ਦੇ ਸੂਰਜ ਰੂਪੀ ਜਿਹੜੇ ਦੀਵੇ ਬਣੇ ਹੋਏ ਨੇ ਉਹ ਬਿਨਾਂ ਤੇਲ ਬੱਤੀ ਘਿਓ ਤੋਂ ਉਹ ਆਪਣੇ ਆਪ ਹੀ ਜਗਮਗਾ ਰਹੇ ਹਨ। ਤਾਰਿਕਾ ਮੰਡਲ ਜਨਕ ਮੋਤੀ। ਤੇ ਜਿਹੜਾ ਤਾਰਿਕਾ ਮੰਡਲ ਹੈ ਭਾਵ ਜੋ ਤਾਰਿਆਂ ਦਾ ਮੰਡਲ ਕੀ ਹੁੰਦਾ? ਸਮੂਹ, ਵੀ ਜਿੰਨੇ ਵੀ ਤਾਰੇ ਆਕਾਸ਼ ਦੇ ਵਿੱਚ ਦਿਖ ਰਹੇ ਹਨ, ਜਨਕ ਕੀ ਮਾਨੋ ਜਾਂ ਜਾਣੋ। ਪਾਤਸ਼ਾਹ ਕਹਿੰਦੇ ਵੀ ਇਹ ਮੋਤੀ ਨੇ ਸੁੱਚੇ ਇਸ ਥਾਲ ਨੂੰ ਲੱਗੇ ਹੋਏ, ਜਾਂ ਇਹ ਸੁੱਚੇ ਮੋਤੀ ਜਿਹੜੇ ਹਨ ਇਹ ਪਰਮੇਸ਼ਰ ਨੂੰ ਭੇਟ ਹੋ ਰਹੇ ਹਨ ਆਰਤੀ ਦੇ ਸਮੇਂ ਦੇ ਵਿੱਚ। ਜਾਂ ਜਨਕ ਤਾਰਿਕਾ ਮੰਡਲ ਜਨਕ ਮੋਤੀ। ਜਨਕ ਨਾਮ ਜੜਤ ਦਾ ਵੀ ਹੈ, ਵੀ ਜਿਵੇਂ ਕੋਈ ਨਗ ਜੜੀਦਾ ਹੈ ਨਾ ਕਿਸੇ ਚੀਜ਼ ਤੇ, ਉਹਨੂੰ ਵੀ ਜਨਕ ਜਾਂ ਜੜਤ ਕਹਿ ਦਿੰਦੇ ਨੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਜੋ ਤਾਰੇ ਹੈ ਇਹ ਤਾਰਿਆਂ ਰੂਪੀ ਜਿਹੜੇ ਮੋਤੀ ਨੇ, ਇਹ ਆਕਾਸ਼ ਰੂਪੀ ਥਾਲ ਦੇ ਵਿੱਚ ਮਾਨੋ ਵੀ ਸੁੱਚੇ ਮੋਤੀ ਜੜੇ ਹੋਏ ਨੇ। ਜਿਵੇਂ ਤੁਸੀਂ ਥਾਲ ਦੇ ਦੁਆਲੇ ਕਈ ਤਰ੍ਹਾਂ ਦੇ ਨਗ ਜੜੇ ਹੋਏ ਹਨ, ਇਸੇ ਤਰ੍ਹਾਂ ਤਾਰੇ ਜੋ ਹਨ ਉਹ ਆਕਾਸ਼ ਰੂਪੀ ਥਾਲ ਦੇ ਵਿੱਚ ਮੋਤੀ ਜੜੇ ਨੇ। ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਅਤੇ ਫੇਰ ਪਾਂਡਿਆਂ ਨੇ ਕਿਹਾ ਮਹਾਰਾਜ ਜਦੋਂ ਅਸੀਂ ਆਰਤੀ ਕਰਦੇ ਹਾਂ ਵੀ ਅਸੀਂ ਤਾਂ ਧੂਪ ਵੀ ਦਿਖਾਉਂਦੇ ਹਾਂ, ਅਸੀਂ ਤਾਂ ਸੁਗੰਧੀ ਵੀ ਦਿਖਾਉਂਦੇ ਹਾਂ, ਇੱਥੇ ਸੁਗੰਧੀ ਕਿਹੜੀ ਉਹ ਦੱਸੋ। ਚਲੋ ਤਾਂ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਧੂਪ ਮਲ ਆਨ ਲੋ। ਮਲ ਆਨ ਤੇ ਲੋ ਪਾਠ ਵੱਖਰਾ ਹੈ। ਮਲ ਆਨ ਲੋ ਇੱਦਾਂ ਵੀ ਕਰਦੇ ਹਨ, ਪਰ ਮੁੱਖ ਪਾਠ ਹੈ ਮਲ ਆਨ ਲੋ। ਜਿਹੜਾ ਧੂਪ ਕੀ ਹੈ? ਮਲਿਆਗਰ ਪਰਬਤ ਜੋ ਚੰਦਨ ਦਾ ਹੀ ਹੈ, ਉਹ ਤੋਂ ਜਿਹੜੀ ਲੋ ਕੀ ਹੈ? ਖੁਸ਼ਬੂ। ਮਹਾਰਾਜ ਕਹਿੰਦੇ ਜੋ ਹਵਾ ਵਗਣ ਦੇ ਨਾਲ ਉਸ ਮਲਿਆਗਰ ਪਰਬਤ ਤੋਂ ਮਲਆਨ ਚੰਦਨ ਦੇ ਪਹਾੜ ਤੋਂ ਹਵਾ ਦੇ ਖਹਿਣ ਕਰਕੇ ਹਵਾ ਦੇ ਨਾਲ ਸੁਹਾ ਕੇ ਖੁਸ਼ਬੂ ਆ ਰਹੀ ਹੈ ਨਾ, ਇਹ ਮਾਨੋ ਵੀ ਧੂਫ ਧੁਖ ਰਹੀ ਹੈ ਸਾਰਤੀ ਦੇ ਵਿੱਚ। ਵਿਦਵਾਨਾਂ ਨੇ ਦੱਸਿਆ ਵੀ ਦੱਖਣ ਦਾ ਜਿਹੜਾ ਇਲਾਕਾ ਹੈ ਨਾ, ਬੰਬਈ ਤੋਂ ਬੰਬੇ ਤੋਂ ਰਾਮੇਸ਼ਵਰ ਨੂੰ ਜਾਂਦਿਆਂ ਰਸਤੇ ਵਿੱਚ ਇੱਕ ਮਲਿਆਗਰ ਨਾਮ ਦਾ ਪਹਾੜ ਹੈ, ਉਹ ਪਹਾੜ ਦਾ ਨਾਮ ਹੀ ਮਲਿਆਗਰ ਹੈ। ਮਲਿਆਗਰ ਚੰਦਨ ਨੂੰ ਕਹਿੰਦੇ ਨੇ। ਤੇ ਚੇਤ ਦੇ ਮਹੀਨੇ ਦੇ ਵਿੱਚ ਇੱਥੇ ਕਹਿੰਦੇ ਵੀ ਜਦੋਂ ਵਾਂ ਸਾਫ ਦੇ ਵਿੱਚ ਹਵਾ ਵਗਣ ਨਾਲ ਖਹਿੰਦੇ ਨੇ, ਚੰਗਿਆੜੇ ਨਿਕਲਦੇ, ਚੰਗਾੜੇ ਨਿਕਲੇ ਨੂੰ ਅੱਗ ਲੱਗਦੀ ਹੈ। ਜਦੋਂ ਅੱਗ ਲੱਗਦੀ ਹੈ ਨਾ ਤੇ ਫਿਰ ਉੱਥੇ ਜਿਹੜੇ ਚੰਦਨ ਦੇ ਦਰਖਤ ਨੇ ਉਹ ਮਲਿਆਗਰ ਪਹਾੜ ਉਹ ਸੜਦਾ ਹੈ, ਜਿਉਂ-ਜਿਉਂ ਸੜਦਾ ਹੈ ਉਹਦੇ ਵਿੱਚੋਂ ਫਿਰ ਸੁਗੰਧੀ ਖੁਸ਼ਬੂ ਜਿਹੜਾ ਧੂੰਆਂ ਧੁਖਦਾ ਹੈ ਉਹ ਖੁਸ਼ਬੂਦਾਰ ਵਾਤਾਵਰਣ ਕਰ ਦਿੰਦਾ ਹੈ ਚਾਰ ਸਫੇਰੇ। ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਉਹ ਮਲਿਆਗਰ ਪਰਬਤ ਵਿੱਚ ਜਿਹੜੀ ਅੱਗ ਲੱਗਦੀ ਹੈ, ਹੇ ਪਾਂਡਿਓ ਇਹ ਉਸ ਪਰਮੇਸ਼ਰ ਦੀ ਆਰਤੀ ਦੇ ਵਿੱਚ ਧੂਪ ਧੁਖ ਰਹੀ ਹੈ। ਜਾਂ ਜਿੰਨੇ ਵੀ ਮਲਿਆਗਰ ਕੀ ਹੈ? ਮਲਿਆਨ ਮਲਿਆਗਰ ਚੰਦਨ, ਵੀ ਜਿੰਨੇ ਵੀ ਚੰਦਨ ਦੇ ਦਰਖਤ ਹਨ ਸੰਸਾਰ ਵਿੱਚ
ਉਹ ਸੁਗੰਧੀ ਦਾ ਫੈਲਾਉਂਦੇ ਨੇ ਤੇ ਇਹ ਮਾਨੋ ਵੀ ਉਸ ਪਰਮੇਸ਼ਰ ਦੀ ਆਰਤੀ ਵਿੱਚ ਖੁਸ਼ਬੂ ਕਰਨ ਵਾਲੇ ਧੂਪ ਧੁਖਾ ਰਹੇ ਹਨ। ਸਗਲ ਬਨ ਰਾਏ ਫੂਲੰਤ ਜੋਤੀ ਤੇ ਪਵਨ ਚਵਰੋ ਕਰੇ। ਕਹਿੰਦੇ ਮਹਾਰਾਜ ਅਸੀਂ ਤੇ ਚੌਰ ਵੀ ਲੈ ਕੇ ਕਰਦੇ ਹਾਂ, ਤੁਸੀਂ ਇੱਥੇ ਚੌਰ ਸਾਹਿਬ ਕਿਹੜਾ ਕਰ ਰਹੇ ਹੋ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੁਸੀਂ ਤਾਂ ਨਿੱਘੇ ਨਿੱਘੇ ਚੌਰ ਲੈ ਕੇ ਨਿੱਕੀਆਂ ਨਿੱਕੀਆਂ ਚੌਰਾਂ ਚਲਾਉਂਦੇ ਹੋ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਤੇ ਤਾਂ ਬਹੁਤ ਵੱਡੀ ਚੌਰ ਸਾਹਿਬ ਝੁੱਲ ਰਹੀ ਹੈ। ਕਹਿੰਦੇ ਉਹ ਚੌਰ ਸਾਹਿਬ ਕਿਹੜੀ ਹੈ? ਪਵਨ ਚਵਰੋ ਕਰੇ। ਜਿਹੜੀ ਹਵਾ ਵਗਦੀ ਹੈ ਨਾ, ਹਵਾ ਚੱਲਦੀ ਹੈ, ਇਹਦੇ ਨਾਲ ਸਾਰੀ ਬਨਸਪਤੀ ਦੇ ਇਹਦੇ ਪੱਤੇ ਹਿਲਦੇ ਨੇ। ਜਦੋਂ ਪੱਤੇ ਹਿਲਦੇ ਆ ਹਵਾ ਕਰਕੇ ਬਨਸਪਤੀ ਝੁੱਲਦੀ ਹੈ, ਪੌਦੇ ਹਿਲਦੇ। ਮਾਨੋ ਵੀ ਜੋ ਪਵਨ ਦੇਵਤਾ ਹੈ ਇਹ ਨਿਰਾਕਾਰ ਪਰਮੇਸ਼ਰ ਦੀ ਆਰਤੀ ਦੇ ਵਿੱਚ ਚੌਰ ਸਾਹਿਬ ਕਰ ਰਿਹਾ ਹੈ। ਚੌਰ ਢੁੱਲੇ ਪਵਣਾ ਲੈ ਫੇਰੀ, ਹਵਾ ਲੈ ਕਰਕੇ ਚੌਰ ਕਰ ਰਹੀ ਹੈ। ਤੇ ਸਾਧ ਸੰਗਤ ਜੀ ਕਈ ਇਸ ਸ਼ਬਦ ਨੂੰ ਆਧਾਰ ਬਣਾ ਕੇ ਆਰਤੀ ਕਰਨ ਦਾ ਖੰਡਨ ਕਰਦੇ ਵੀ ਆਰਤੀ ਨਹੀਂ ਕਰਨੀ ਚਾਹੀਦੀ। ਵੇਖੋ ਮਹਾਰਾਜ ਨੇ ਇਸ ਸ਼ਬਦ ਵਿੱਚ ਕਿਹਾ ਤੇ ਉਹ ਇਸ ਅਰਥ ਇਸ ਸ਼ਬਦ ਦੇ ਫਿਰ ਚੰਗੀ ਤਰ੍ਹਾਂ ਨਹੀਂ ਕਰਦੇ। ਜੇ ਉਹਨਾਂ ਦੀ ਗੱਲ ਮੰਨੀਏ ਵੀ ਆਰਤੀ ਦਾ ਖੰਡਨ ਹੈ ਜਦੋਂ ਕਿ ਪਖੰਡ ਦਾ ਖੰਡਨ ਹੈ, ਜੇ ਉਹਨਾਂ ਦੀ ਗੱਲ ਮੰਨ ਲਈਏ ਤਾਂ ਇੱਥੇ ਫਿਰ ਆਉਂਦਾ ਹੈ ਪਵਨ ਚਵਰੋ ਕਰੇ ਵੀ ਚੌਰ ਸਾਹਿਬ ਹੀ ਹਵਾ ਕਰ ਰਹੀ, ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚੌਰ ਕਿਉਂ ਚਲਾਉਂਦੇ ਹਾਂ? ਕੱਲ ਨੂੰ ਇਹ ਵੀ ਕਹਿ ਦੇਣਗੇ ਵੀ ਪਵਨ ਚਵਰੋ ਕਰੇ ਵੀ ਹਵਾ ਚੌਰ ਕਰ ਰਹੀ ਹੈ, ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਚੌਰ ਵੀ ਨਹੀਂ ਚਲਾਉਣਾ ਚਾਹੀਦਾ। ਨਹੀਂ, ਇੱਥੇ ਸਤਿਗੁਰੂ ਨਿਰਾਕਾਰ ਸਰੂਪ ਦੀ ਗੱਲ ਕਰ ਰਹੇ ਆ ਵੀ ਜਿਹੜਾ ਦਿਖਣ ਤੋਂ ਰਹਿਤ ਪਰਮੇਸ਼ਰ ਉਹਦੀ ਆਰਤੀ ਇੱਦਾਂ ਹੋ ਰਹੀ ਹੈ। ਤੇ ਜੋ ਆਪਾਂ ਕਿਤੇ ਕੋਈ ਸਾਧੂ ਮਹਾਤਮਾ ਕੋਈ ਗੁਰਸਿੱਖ ਗੁਰੂ ਸਾਹਿਬ ਦੇ ਅੱਗੇ ਖੜ ਕੇ ਆਰਤੀ ਕਰਦੇ ਆ, ਬਹਿ ਕੇ ਰਾਗੀ ਜਿਵੇਂ ਆਰਤੀ ਕਰਦੇ ਆ, ਇਹ ਸਰਗੁਣ ਸਰੂਪ ਦੀ ਆਰਤੀ ਹੈ। ਉਹ ਤਾਂ ਆਪਾਂ ਕਰ ਸਕਦੇ ਹਾਂ ਜਿਹੜਾ ਦਿਖਦਾ ਹੈ, ਜਿਹੜਾ ਦਿਖਦਾ ਹੀ ਨਹੀਂ ਉਹਦੀ ਆਰਤੀ ਦਾ ਦਾਅਵਾ ਨਹੀਂ ਕਰ ਸਕਦੇ। ਤੇ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਂਡਿਆਂ ਦਾ ਦਾਅਵਾ ਖੰਡਿਆ, ਇਹ ਖੰਡਨ ਕੀਤਾ ਜਿਹੜਾ ਇਹ ਕਹਿੰਦੇ ਸੀ ਵੀ ਅਸੀਂ ਨਿਰੰਕਾਰ ਦੀ ਆਰਤੀ ਕਰਦੇ ਹਾਂ। ਸਤਿਗੁਰੂ ਕਹਿੰਦੇ ਵੀ ਹਵਾ ਹੀ ਜਿਹੜੀ ਬਨਸਪਤੀ ਨੂੰ ਹਿਲਾ ਰਹੀ ਹੈ, ਇਹ ਮਾਨੋ ਵੀ ਚੌਰ ਸਾਹਿਬ ਝੁੱਲ ਰਿਹਾ ਹੈ ਪਰਮੇਸ਼ਰ ਉੱਪਰ। ਸਗਲ ਬਨ ਰਾਏ ਫੂਲੰਤ ਜੋਤੀ ਤੇ ਫਿਰ ਸਗਲ ਬਨ ਰਾਏ ਫੂਲੰਤ ਜੋਤੀ, ਜੋ ਸਾਰੀ 18 ਭਾਰ ਬਨ ਰਾਏ ਕੀ ਹੈ? ਬਨਸਪਤੀ। ਜਿੰਨੇ ਵੀ ਰੁੱਖ ਦਰਖਤ ਬੂਟੇ ਹਨ ਇਹਨਾਂ ਨੂੰ ਬਨਸਪਤੀ ਕਹਿੰਦੇ ਨੇ। ਇਹ ਜੋ ਵੀ ਖੇੜੇ ਚ ਆ ਰਹੀ ਹੈ, ਮਾਨੋ ਵੀ ਜਦੋਂ ਆਰਤੀ ਕਰਦੇ ਸਮੇਂ ਜਿਵੇਂ ਤੁਸੀਂ ਫੁੱਲ ਸੁੱਟਦੇ ਹੋ ਨਾ, ਇਸੇ ਤਰ੍ਹਾਂ ਜੋ ਸਾਰੀ ਬਨਸਪਤੀ ਖੇੜੇ ਚ ਆਈ ਹੈ, ਜੋਤੀ ਸਰੂਪ ਪਰਮੇਸ਼ਰ ਨੂੰ ਮਾਨੋ ਫੁੱਲ ਅਰਪਣ ਹੋ ਰਹੇ ਨੇ। ਸਾਧ ਸੰਗਤ ਜੀ 18 ਭਾਰ ਬਨਸਪਤੀ ਵਿਦਵਾਨਾਂ ਨੇ ਉਹ ਗਿਣੀ ਹੈ ਵੀ 3260 ਤੋਲੇ ਦਾ ਇੱਕ ਭਾਰ ਹੁੰਦਾ। ਜਿਵੇਂ ਪੁਰਾਣੇ ਸਮੇਂ 'ਚ ਕਹਿੰਦੇ ਸੀ ਵੀ 1-2 ਭਾਰ ਮੈਨੂੰ ਆ ਫਲਾਨੀ ਵਸਤੂ ਦੇ ਦੇ, 3260 ਤੋਲਿਆਂ ਦਾ ਇੱਕ ਭਾਰ ਹੁੰਦਾ ਏ। ਤੇ ਇਹਨੂੰ ਤੋਲਣ ਦਾ ਪੁਰਾਣੇ ਸਮਿਆਂ ਦਾ ਇੱਕ ਆਪਣਾ ਹੀ ਢੰਗ ਹੁੰਦਾ ਸੀ ਵੀ ਜਿੰਨੀ ਵੀ ਕਿਸਮ ਹੈ, ਜਿੰਨੀ ਵੀ ਕਿਸਮਾਂ ਦੇ ਦਰਖਤ ਲੱਗੇ ਹੋਏ ਨੇ ਉਹਨਾਂ ਸਾਰਿਆਂ ਦਰਖਤਾਂ ਦਾ ਇੱਕ ਇੱਕ ਪੱਤਾ ਲੈਣਾ, ਜਿਵੇਂ ਅਮਰੂਦਾਂ ਦਾ, ਅੰਬਾਂ ਦਾ, ਫਿਰ ਇਸੇ ਤਰ੍ਹਾਂ ਜਾਮਨਾਂ ਦਾ, ਹੋਰ ਸਫੈਦੇ, ਟਹਿਲੀ, ਇੱਕ ਇੱਕ ਪੱਤਾ ਹਰ ਰੁੱਖ ਤੋਂ ਲੈ ਕਰਕੇ ਜਿੰਨੀਆਂ ਵੀ ਕਿਸਮਾਂ ਹੋਣ, ਬੋਹੜ, ਪਿੱਪਲ, ਸੰਗਤਰੇ ਆਦਿਕ, ਤੇ ਜਦੋਂ ਉਹ 3260 ਤੋਲੇ ਹੋ ਜਾਣ ਤਾਂ ਫਿਰ ਇੱਕ ਭਾਰ ਹੋ ਜਾਂਦਾ ਸੀ। ਜਦੋਂ 18 ਭਾਰ ਪੱਤੇ ਹੋ ਜਾਣੇ ਉਦੋਂ ਮੰਨ ਲੈਂਦੇ ਸਨ ਵੀ ਸਾਰੀ ਬਨਸਪਤੀ ਦੇ ਪੌਦੇ ਵਿੱਚੇ ਗਿਣੇ ਗਏ ਨੇ। ਸੋ ਇਸ ਪ੍ਰਕਾਰ ਦੇ ਨਾਲ ਇਹ ਪੁਰਾਣਾ ਮਾਪ ਤੋਲ ਸੀ, ਉਹਦੇ ਬਾਰੇ ਮਹਾਰਾਜ ਕਹਿੰਦੇ ਸਗਲ ਬਨ ਰਾਏ ਵੀ ਸਾਰੀ 18 ਭਾਰ ਜਿਹੜੀ ਬਨਸਪਤੀ ਹੈ ਫੂਲੰਤ ਜੋਤੀ, ਇਹ ਮਾਨੋ ਵੀ ਜੋਤੀ ਸਰੂਪ ਪਰਮੇਸ਼ਰ ਉੱਪਰ ਫੁੱਲਾਂ ਦੀ ਵਰਖਾ ਕਰ ਰਹੀ ਏ। ਕੈਸੇ ਆਰਤੀ ਹੋਏ। ਮਹਾਰਾਜ ਸਾਹਿਬ ਕਹਿੰਦੇ ਹੇ ਪਾਂਡਿਓ ਕੈਸੀ ਆਰਤੀ ਹੋਏ, ਤੁਹਾਡੀਆਂ ਥਾਲੀਆਂ 'ਚ ਨਿੱਕੇ ਨਿੱਕੇ ਦੀਵੇ ਰੱਖ ਕੇ ਨਿਰਾਕਾਰ ਸਰੂਪ ਪਰਮੇਸ਼ਰ ਦੇ ਅੱਗੇ ਜਗਾ ਕੇ ਕਿਵੇਂ ਦੀ ਆਰਤੀ ਹੋ ਸਕਦੀ ਹੈ? ਆਰਤੀ ਸੰਸਕ੍ਰਿਤ ਦੇ ਆਰਤ੍ਰਿਕ ਸ਼ਬਦ ਦੇ ਵਿੱਚੋਂ ਆਇਆ ਏ, ਜੋ ਰਾਤ ਤੋਂ ਬਿਨਾਂ ਵੀ ਹੋਵੇ, ਭਾਵ ਕਿਸੇ ਵੀ ਦੇਵੀ ਦੇਵਤੇ ਦੀ ਮੂਰਤੀ ਜਾਂ ਹੋਰ ਪੂਜੇ ਮਨੁੱਖ ਦੇ ਅੱਗੇ ਦੀਵੇ ਘੁਮਾ ਕੇ ਪੂਜਨ ਕਰਨਾ ਹੈ ਨਾ। ਇਸ ਵਿੱਚ ਦਿਨ ਤੇ ਰਾਤ ਦਾ ਕੋਈ ਵਿਧਾਨ ਨਹੀਂ ਹੈਗਾ ਵੀ ਦਿਨ ਜਾਂ ਰਾਤ, ਕਿਸੇ ਦਾ ਵੀ ਪੂਜਨ ਕਰਨਾ
ਕਿਸੇ ਦਾ ਵੀ ਸਤਿਕਾਰ ਕਰਨਾ ਹੈ ਉਹਨੂੰ ਆਰਤੀ ਕਹਿ ਦਿੰਦੇ ਨੇ। ਤੇ ਹਿੰਦੂ ਧਰਮ ਦੇ ਵਿੱਚ ਸਾਧ ਸੰਗਤ ਦੀਵੇ ਘੁਮਾਉਣ ਦਾ ਇੱਕ ਆਪਣਾ ਨਿਯਮ ਹੈ। 4 ਵਾਰ ਪੈਰਾਂ ਨੂੰ ਦੀਵੇ ਬਾਲ ਕੇ ਘੁਮਾਉਣੇ ਚਰਨਾਂ ਤੇ, ਜਿਹਦੀ ਆਰਤੀ ਕਰਨੀ ਹੈ। 2 ਵਾਰੀ ਨਾਭੀ ਤੋਂ ਧੁਨੀ ਲਾਗਿਓ, 2 ਫਿਰ 1 ਵਾਰੀ ਮੂੰਹ ਤੇ, 7 ਵਾਰੀ ਸਾਰੇ ਸਰੀਰ ਤੇ। ਇਵੇਂ ਦੀਵਿਆਂ ਦੀ ਗਿਣਤੀ 1 ਤੋਂ ਲੈ ਕੇ ਤੇ 100 ਤੱਕ ਜਗਾਉਣ ਦੀ ਮਰਿਆਦਾ ਹੈ। ਸਤਿਗੁਰੂ ਸਾਹਿਬ ਨੇ ਕਿਰਤਮ ਪੂਜਾ ਦਾ ਤੇ ਭਾਵੇਂ ਖੰਡਨ ਕੀਤਾ ਏ ਤੇ ਕਰਤੇ ਦੀ ਪੂਜਾ ਦਾ ਵਿਧਾਨ ਪ੍ਰਗਟ ਕੀਤਾ। ਐਵੇਂ ਆਮ ਜਿਨ੍ਹਾਂ ਨੂੰ ਪੂਜਨੀਕ ਸਮਝਦੇ ਉਹਨਾਂ ਦੇ ਅੱਗੇ ਵੀ ਦੀਵੇ ਘੁਮਾ ਕੇ ਹਿੰਦੂ ਧਰਮ ਦੇ ਵਿੱਚ ਆਰਤੀ ਕੀਤੀ ਜਾਂਦੀ ਹੈ। ਤੇ ਇੱਥੇ ਆਰਤੀ ਤੋਂ ਭਾਵ ਸਤਿਗੁਰੂ ਜੀ ਪਰਮੇਸ਼ਰ ਦੀ ਮਹਿਮਾ ਦੀ ਗੱਲ ਕਰ ਰਹੇ ਹਨ, ਜੋ ਸਾਨੂੰ ਅੱਗੇ ਸਮਝਾਉਣਗੇ। ਇਹ ਪਾਂਡਿਓ, ਤੁਹਾਡੀ ਦੀਵੇ ਬਾਲ ਕੇ ਕਿਹੋ ਜੀ ਆਰਤੀ ਹੈ, ਕਿਸ ਤਰ੍ਹਾਂ ਦੀ ਆਰਤੀ ਹੈ? ਭਵ ਖੰਡਨਾ ਤੇਰੀ ਆਰਤੀ। ਫਿਰ ਕਹਿੰਦੇ ਮਹਾਰਾਜ ਤੁਸੀਂ ਦੱਸੋ ਵੀ ਆਰਤੀ ਰੱਬ ਦੀ ਕਿਵੇਂ ਹੋਵੇ? ਸਾਹਿਬ ਕਹਿੰਦੇ ਭਵ ਖੰਡਨਾ ਤੇਰੀ ਆਰਤੀ ਹੈ। ਭਵ ਕੀ ਹੈ? ਜੰਮਣ ਤੇ ਮਰਨ ਦਾ ਜੋ ਸਮਾਂ ਹੈ। ਇਹਨੂੰ ਖੰਡਨਾ ਕੀ ਹੈ? ਨਾਸ਼ ਕਰਨ ਵਾਲਾ, ਜੋ ਜੰਮਣ ਮਰਨ ਦੇ ਸਮੇਂ ਨੂੰ ਖਤਮ ਕਰਨ ਵਾਲਾ, ਜੰਮਣ ਮਰਨ ਤੋਂ ਜੀਵਾਂ ਨੂੰ ਰਹਿਤ ਕਰਨ ਵਾਲਾ ਜੋ ਪਰਮੇਸ਼ਰ ਹੈ। ਇਹ ਮਹਾਰਾਜ ਤੇਰੀ ਆਰਤੀ, ਤੁਹਾਡੀ ਤਾਂ ਇਹੋ ਹੀ ਆਰਤੀ ਦੀ ਸਮੱਗਰੀ ਹੈ। ਤੁਹਾਡਾ ਤਾਂ ਇਹੋ ਹੀ ਜਸ ਹੈ ਜੋ ਪ੍ਰਤੱਖ ਸੰਸਾਰ ਦੇ ਵਿੱਚ ਆਪਣੇ ਆਪ ਤੁਹਾਡੇ ਹੁਕਮ ਦੇ ਨਾਲ ਹੋ ਰਿਹਾ ਏ। ਅਨਹਤਾ ਸ਼ਬਦ ਵਾਜੰਤ ਭੇਰੀ। ਜਾਂ ਸਾਧ ਸੰਗਤ ਐਵੇਂ ਵੀ ਅਰਥਨਵੇਂ ਕਰਕੇ ਕਰਦੇ ਨੇ ਵੀ ਭਵ ਖੰਡਨਾ ਤੇਰੀ ਆਰਤੀ, ਵੀ ਹੇ ਪਰਮੇਸ਼ਰ ਜੰਮਣ ਮਰਨ ਨਾਸ਼ ਕਰਨ ਵਾਲੇ ਮਹਾਰਾਜ ਜੀ, ਜੋ ਆਪ ਜੀ ਦੀ ਆਰਤੀ ਹੈ ਕੈਸੀ ਆਰਤੀ ਹੋਏ ਵੀ ਇਸ ਤੋਂ ਇਲਾਵਾ ਜਿਹੜੀ ਕੁਦਰਤੀ ਤੌਰ ਤੇ ਹੋ ਰਹੀ ਹੈ, ਤੋਂ ਬਗੈਰ ਹੋਰ ਕਿਹੋ ਜਿਹੀ ਆਰਤੀ ਹੋ ਸਕਦੀ ਹੈ? ਭਾਵ ਹੋਰ ਕੋਈ ਨਹੀਂ ਤੇਰੀ ਆਰਤੀ ਕਰ ਸਕਦਾ। ਫਿਰ ਪਾਂਡੇ ਕਹਿੰਦੇ ਵੀ ਅਸੀਂ ਤੇ ਭੇਰੀਆਂ ਵੀ ਵਜਾਉਂਦੇ ਆਰਤੀ 'ਚ, ਕਈ ਤਰ੍ਹਾਂ ਦੀਆਂ ਤੂਤੀਆਂ ਵਜਾਉਂਦੇ ਆ। ਇੱਥੇ ਤੁਸੀਂ ਕਿਹੜੇ ਵਾਜੇ ਸਿੱਧ ਕਰੋਗੇ ਕੁਦਰਤੀ ਆਰਤੀ ਵਿੱਚ? ਤਾਂ ਸਾਹਿਬ ਕਹਿੰਦੇ ਅਨਹਤਾ ਸ਼ਬਦ ਵਾਜੰਤ ਭੇਰੀ। ਵੀ ਪੰਡਤੋ, ਜੋ ਅਨਹਤਾ, ਅਨਹਤ ਕੀ ਹੈ? ਨਾਸ ਤੋਂ ਰਹਿਤ, ਜੋ ਪ੍ਰਭੂ ਪਰਮੇਸ਼ਰ ਦਾ ਸ਼ਬਦ ਹੈ ਨਾ, ਜੋ ਉਸ ਮਾਲਕ ਦੇ ਸ਼ਬਦ ਦੀ ਗੂੰਜ ਹੋ ਰਹੀ ਹੈ ਸਭ ਜੀਵਾਂ 'ਚ। ਆ ਜਿੰਨੇ ਵੀ ਆਪਾਂ ਬੋਲ ਰਹੇ ਹਾਂ ਸੰਸਾਰ 'ਚ ਜੋ ਆਵਾਜ਼ ਆ ਰਹੀ ਹੈ ਪਰਮੇਸ਼ਰ ਦਾ ਹੀ ਸ਼ਬਦ ਹੈ ਨਾ। ਤੇ ਅਨਹਤਾ ਸ਼ਬਦ, ਨਾਸ ਤੋਂ ਰਹਿਤ ਪਰਮੇਸ਼ਰ ਦੇ ਸ਼ਬਦ ਦੀ ਹੋਈ ਭੇਰੀ, ਭੇਰੀ ਵਜੰਤ ਵੱਜਦੀ ਹੈ। ਭੇਰੀ ਸਾਧ ਸੰਗਤ, ਇਹਦੇ ਵਿੱਚ ਤੂਤੀਆਂ ਵੀ ਹੁੰਦੀਆਂ, ਪਰ ਭੇਰੀ ਇੱਕ ਛੋਟਾ ਜਿਹਾ ਨਗਾਰਾ ਹੁੰਦਾ, ਉਹਨੂੰ ਭੇਰੀ ਕਹਿੰਦੇ ਹਨ। ਜੋ ਨਫੀਰੀ ਨਾਲ ਵਜਾਇਆ ਜਾਂਦਾ, ਨਗਾਰੇ ਛੋਟੇ ਛੋਟੇ ਨਫੀਰੀਆਂ, ਫਿਰ ਢੋਲਕੀ ਜੀ ਕੁੱਟ ਕੇ ਹੋਰ ਤੂਤੇ ਬਾਜੇ ਕਈ ਕੁਝ ਵਜਾਉਂਦੇ, ਖੜਤਾਲਾਂ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੋ ਅਨਹਦ ਨਾਸ ਤੋਂ ਰਹਿਤ ਪਰਮੇਸ਼ਰ ਦਾ ਸ਼ਬਦ ਗੂੰਜ ਰਿਹਾ ਏ, ਇਹੀ ਮਾਨੋ ਵੀ ਭੇਰੀਆਂ ਵੱਜ ਰਹੀਆਂ ਨੇ, ਛੋਟੇ ਨਗਾਰੇ ਵੱਜ ਰਹੇ ਨੇ। ਜਾਂ ਅਨਹਤਾ ਸ਼ਬਦ ਵਾਜੰਤ ਭੇਰੀ, ਜੋ ਅਨਹਤਾ ਨਾਸ ਤੋਂ ਰਹਿਤ ਮਹਾਰਾਜ ਸਾਹਿਬ ਜੀ ਕਹਿੰਦੇ ਸ਼ਬਦ ਬ੍ਰਹਮ ਹੈ, ਉਹਦੀ ਜੋ ਚੇਤਨ ਸੱਤਾ ਸਾਰੇ ਜੀਵਾਂ ਦੇ ਵਿੱਚ ਪ੍ਰਕਾਸ਼ ਰਹੀ ਏ। ਸਾਰੇ ਅੰਦਰ ਜੋ ਵਾਹਿਗੁਰੂ ਦੀ ਜੋਤ ਦਾ ਆਸਰਾ ਹੈ, ਸਾਰਿਆਂ ਦੇ ਅੰਦਰ ਜੋ ਮਾਲਕ ਨੇ ਕਿਰਪਾ ਕਰਕੇ ਆਪਣੀ ਅੰਸ਼ ਆਤਮਾ ਬਿਠਾ ਲਈਏ, ਇਹੀ ਮਾਨੋ ਵੀ ਉਸ ਬ੍ਰਹਮ ਦੀ ਭੇਰੀ ਵੱਜ ਰਹੀ ਹੈ। ਇਹੀ ਵਾਜੇ ਵੱਜ ਰਹੇ ਨੇ, ਢੋਲਕੀ ਤੇ ਨਗਾਰੇ ਵੱਜ ਰਹੇ ਹਨ। ਰਹਾਉ। ਵਿਸ਼ਰਾਮ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸਹਸ ਤਵ ਨੈਣ ਨਨ ਨੈਣ ਹਾਹੇ ਤੋਹੇ ਕੋ। ਫਿਰ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਆਰਤੀ ਦੇ ਜਿਹੜੇ ਪ੍ਰਥਾਏ ਸਾਡੇ ਇਹ ਭਰਮ ਭੁਲੇਖੇ ਸਨ ਉਹ ਤੁਸੀਂ ਕੱਢ ਦਿੱਤੇ ਹੈ। ਕੁਦਰਤੀ ਆਰਤੀ ਜੋ ਹੋ ਰਹੀ ਹੈ ਵਾਕਿਆ ਹੀ ਗਿਆਨ ਕਰਾਇਆ ਵੀ ਪਰਮੇਸ਼ਰ ਅਕਾਲ ਪੁਰਖ ਆਕਾਰ ਰਹਿਤ ਦੀ ਆਰਤੀ ਤਾਂ ਹੋ ਰਹੀ ਹੈ। ਜਿੱਥੇ ਇੰਨਾ ਕੁਝ ਅੰਤਰੀਵ ਭਾਵ 'ਚ ਦੱਸਿਆ, ਹੁਣ ਇਹ ਬੇਨਤੀ ਹੈ ਵੀ ਅਸੀਂ ਜੋ ਆਰਤੀ ਕਰਦੇ ਹਾਂ ਉਹਦੇ ਪਿੱਛੋਂ ਇੱਕ ਅਸਤਰੋਤਰ ਪੜ੍ਹਦੇ ਹਾਂ। ਤੇ ਹੁਣ ਅੰਤਰੀਵ ਆਰਤੀ ਦਾ ਅਸਤਰੋਤਰ ਕਿਹੜਾ ਹੈ ਜਿਹੜਾ ਤੁਸੀਂ ਮਹਾਰਾਜ ਦੱਸ ਦਿਓ ਸਾਨੂੰ। ਤਾਂ ਗੁਰੂ ਸਾਹਿਬ ਜੀ ਉਹ ਸਤੋਤਰ ਉਚਾਰਦੇ ਨੇ ਵਾਹਿਗੁਰੂ ਦਾ। ਇਹ ਹੁੰਦਾ ਹੈ ਜਸ, ਜਿਹਨੂੰ ਸਿਫਤ ਪਰਮੇਸ਼ਰ ਦੇ ਗੁਣ ਗਾਉਣੇ, ਸਿਫਤ ਕਰਨੀ, ਮਹਿਮਾ ਕਰਨੀ, ਉਹਨੂੰ ਅਸਤੋਤਰ ਕਹਿ ਦਿੰਦੇ ਨੇ। ਤੇ ਸਾਹਿਬ ਕਹਿੰਦੇ ਅਸਤੋਤਰ ਇਹ ਹੈ ਵੀ ਇਸ ਆਰਤੀ ਦੇ ਨਾਲ ਸਹਿਸ ਤਵ ਨੈਣ, ਵੀ ਹੇ ਵਾਹਿਗੁਰੂ ਜਦੋਂ ਤੂੰ ਸਰਗੁਣ ਸਰੂਪ ਦੇ ਵਿੱਚ ਹੋਣਾ ਹੈ ਤਾਂ ਆਪ ਜੀ ਦੇ ਸਹਿਸ ਕੀ ਹਜ਼ਾਰਾਂ ਹੀ
ਹਜ਼ਾਰਾਂ ਤੋਂ ਭਾਵ ਬੇਅੰਤੀ ਨੈਣ ਨੇਤਰ ਹਨ। ਆ ਜਿੰਨੇ ਵੀ ਜੀਵ ਨੇ ਪਰਮੇਸ਼ਰ ਨੇ ਹੀ ਰੂਪ ਬਣਾਏ ਨੇ। ਆ ਜਿੰਨੀਆਂ ਵੀ ਅੱਖਾਂ ਨੇ ਸਾਰੀਆਂ ਮਾਲਕ ਦੀਆਂ ਹੀ ਅੱਖਾਂ ਹਨ। ਜਦੋਂ ਸਰਗੁਣ ਸਰੂਪ ਹੁੰਦਾ ਏ ਨਨ ਨੈਣ ਹਾਹੇ ਤੋਹੇ ਕੋ। ਪਰ ਨਿਰਗੁਣ ਸਰੂਪ ਦੇ ਵਿੱਚ ਜਦੋਂ ਸਰਗੁਣ ਨੂੰ ਸਮੇਟ ਲੈਣਾ ਏ ਤਾਂ ਆਪ ਜੀ ਦਾ ਇੱਕ ਵੀ ਨੈਣ ਨੇਤਰ ਨਹੀਂ ਹੈ। ਹਜ਼ਾਰਾਂ ਹੀ ਬੇਅੰਤੀ ਨੇਤਰਾਂ ਵਾਲਾ ਵੀ ਤੂੰ ਹੈ। ਸਰਗੁਣ ਸਰੂਪ ਦੇ ਵਿੱਚ ਨਿਰਗੁਣ ਨਿਰਾਕਾਰ ਰੂਪ ਦੇ ਵਿੱਚ ਇੱਕ ਵੀ ਅੱਖ ਤੇਰੀ ਨਹੀਂ, ਇੱਕ ਵੀ ਨੇਤਰ ਨਹੀਂ ਹੈ। ਕਿਉਂਕਿ ਜਦੋਂ ਤੇਰਾ ਸਰੂਪ ਹੀ ਨਹੀਂ, ਜਦੋਂ ਤੇਰਾ ਕੋਈ ਆਕਾਰ ਹੀ ਨਹੀਂ ਹੈ ਤਾਂ ਨੇਤਰ ਕਿਵੇਂ ਹੋ ਸਕਦੇ ਹਨ। ਸਹਸ ਮੂਰਤ। ਸਹਿਸ ਮੂਰਤ। ਤੇ ਫਿਰ ਪਾਤਸ਼ਾਹ ਕਹਿੰਦੇ ਸਰਗੁਣ ਸਰੂਪ ਕਰਕੇ ਹੇ ਵਾਹਿਗੁਰੂ ਜੀ ਆਪ ਜੀ ਦੀਆਂ ਸਹਿਸ ਹਜ਼ਾਰਾਂ ਹੀ ਮੂਰਤਾਂ ਨੇ। ਕਿਹੜੀਆਂ ਮੂਰਤੀਆਂ? ਜਿਵੇਂ ਰਾਮ ਕ੍ਰਿਸ਼ਨ ਆਦਿਕ ਰੂਪ ਧਾਰੇ ਜਾਂ ਮੂਰਤਾਂ ਕਿਹੜੀਆਂ? ਆ ਜਿੰਨੇ ਅਰਬਾਂ ਹੀ ਆਪਾਂ ਤੁਰੇ ਫਿਰਦੇ ਆਂ, ਅਰਬਾਂ ਦਾ ਮਨੁੱਖੀ ਨੇ ਤੇ ਖਰਬਾਂ ਹੀ ਸਾਧ ਸੰਗਤ ਜਿਹੜੇ ਹੋਰ ਜੀ ਜੰਤੂ ਨੇ, ਮੱਛਰ ਤੋਂ ਲੈ ਕੇ ਵੱਡੇ ਤੋਂ ਵੱਡੇ ਹਾਥੀ ਤੀਕਰ, ਇਹ ਹਜ਼ਾਰਾਂ ਹੀ ਬੇਅੰਤੀ ਮੂਰਤਾਂ ਹਨ ਮਹਾਰਾਜ ਤੇਰੀਆਂ। ਹਾਂਜੀ। ਨਨਾ ਏਕ ਤੋਹੀ। ਨਨਾ ਨਨਾ ਪਾਠ ਪੋਲਾ ਹੀ ਬੋਲਣਾ, ਨੰਨਾ ਟਿੱਪੀ ਨਹੀਂ ਲੱਗਣ ਦੇਣੀ। ਨਨਾ ਏਕ ਤੋਹੀ, ਤੱਤੇ ਨੂੰ ਔਂਕੜ ਵੀ ਆ ਤੇ ਤੱਤੇ ਨੂੰ ਲਾਮ ਵੀ ਆ। ਜਦੋਂ ਇੱਕੇ ਅੱਖਰ ਨੂੰ ਦੋਵੇਂ ਹੀ ਲਗਾ ਮਾਤਰਾ ਆਉਣ ਉਦੋਂ ਮੱਧਮ ਵਿਚਲੇ ਮੇਲ ਦੀ ਆਵਾਜ਼ ਉਚਾਰਨੀ ਹੈ ਤੋਹੀ। ਪਾਤਸ਼ਾਹ ਜੀ ਕਹਿੰਦੇ ਪਰ ਨਿਰਗੁਣ ਸਰੂਪ ਕਰਕੇ ਮਹਾਰਾਜ ਤੇਰੀ ਇੱਕ ਵੀ ਮੂਰਤੀ ਨਹੀਂ, ਇੱਕ ਵੀ ਸਰੂਪ ਨਹੀਂ ਹੈ। ਜਿਵੇਂ ਭਜਨ ਆਉਂਦੇ ਨਾ, ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਹੋ ਗੁਣ ਤੇ ਪ੍ਰਭ ਭਿੰਨ। ਜਾਂ ਦਸਮ ਪਾਤਸ਼ਾਹ ਕਹਿੰਦੇ ਨੇ ਨਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਦ ਨਿਹਨ ਜਿਹ। ਵੀ ਕੋਈ ਰੂਪ, ਕੋਈ ਰੰਗ, ਕੋਈ ਆਕਾਰ ਨਹੀਂ ਹੈ ਵਾਸਤਵ ਦੇ ਵਿੱਚ। ਜਿੰਨੇ ਵੀ ਮਨੁੱਖ ਨੇ ਇਹ ਤੇਰੀਆਂ ਹੀ ਮੂਰਤੀਆਂ ਨੇ ਸਰਗੁਣ ਰੂਪ ਹੋਣੇ ਕਰਕੇ, ਪਰ ਨਿਰਾਕਾਰ ਰੂਪ ਹੋਣੇ ਕਰਕੇ ਤੇਰਾ ਕੋਈ ਵੀ ਸਰੂਪ, ਤੇਰਾ ਆਕਾਰ ਕੋਈ ਹੈ ਹੀ ਨਹੀਂ। ਸਹਸ ਪਦ ਬਿਮਲ। ਫਿਰ ਸਰਗੁਣ ਸਰੂਪ ਕਰਕੇ ਮਹਾਰਾਜ ਸਹਿਸ ਹਜ਼ਾਰਾਂ ਹੀ। ਬਿਮਲ ਕੀ ਹੁੰਦਾ? ਨਿਰਮਲ। ਕਈ ਬਿਮਲ ਪੜ੍ਹਦੇ ਨੇ, ਉਹ ਗਲਤ ਹੈ। ਬਿਮਲ ਪਾਠ ਕਰਨਾ। ਸਹਿਸ ਪਦ ਬਿਮਲ। ਬਿਮਲ ਨਿਰਮਲ ਉਜਲ ਆਪ ਜੀ ਦੇ ਚਰਨ ਹਨ। ਹਜ਼ਾਰਾਂ ਹੀ ਜਿਹੜੇ ਸੰਸਾਰ ਦੇ ਮਹਾਂਪੁਰਖ ਨੇ, ਬ੍ਰਹਮ ਗਿਆਨੀ, ਨਾਮ ਜਪਣ ਵਾਲੇ ਮਹਾਰਾਜ ਤੇਰੇ ਹੀ ਚਰਨ ਹਨ। ਜਿਨ੍ਹਾਂ ਨੂੰ ਪੂਜ ਕੇ, ਜਿਨ੍ਹਾਂ ਦੀ ਸੇਵਾ ਦੁਆਰਾ ਕਹਿੰਦੇ ਵੀ ਸੰਸਾਰ ਦੇ ਜੀਵਾਂ ਦੀ ਪਾਪਾਂ ਦੀ ਮੈਲ ਲੱਥ ਜਾਂਦੀ ਹੈ। ਬਿਮਲ ਆਪ ਵੀ ਪਵਿੱਤਰ ਨੇ, ਉਹਨਾਂ ਦਾ ਪੂਜਨ ਕਰਨ ਵਾਲੇ ਵੀ ਪਾਪਾਂ ਦੀ ਮੈਲ ਤੋਂ ਰਹਿਤ ਹੋ ਜਾਂਦੇ ਹਨ। ਨਾਨ ਏਕ ਪਦ। ਤੇ ਪਰ ਨਿਰਗੁਣ ਸਰੂਪ ਅਸਲੀਅਤ 'ਚ ਜਦੋਂ ਤੂੰ ਆਪਣੇ ਆਪ 'ਚ ਲੀਨ ਹੁੰਦਾ ਹੈ ਉਦੋਂ ਤੇਰਾ ਇੱਕ ਵੀ ਚਰਨ ਨਹੀਂ ਹੈ। ਸਰਗੁਣ ਸਰੂਪ ਹੋਣ ਕਰਕੇ ਮਹਾਰਾਜ ਜੀ ਤੇਰਾ ਇੱਕ ਵੀ ਪੈਰ ਨਹੀਂ ਹੈ। ਗੰਧ ਬਿਨ ਸਹਿਸ ਤਵ ਗੰਧ। ਗੰਧ ਬਿਨ। ਗੰਧ ਕੀ ਹੈ? ਘ੍ਰਿਣਾ। ਇਹ ਨਾਸਕਾ ਜੋ ਅਸੀਂ ਨੱਕ ਦੇ ਨਾਲ ਸੁਗੰਧੀ ਦੁਰਗੰਧੀ ਜੋ ਵੀ ਅਨੁਭਵ ਕਰਦੇ ਹੈ, ਮਹਾਰਾਜ ਕਹਿੰਦੇ ਗੰਧ ਬਿਨ। ਨਿਰਗੁਣ ਸਰੂਪ ਦੇ ਵਿੱਚ ਤੂੰ ਗੰਧ ਘਰਾਣ ਇੰਦਰੇ ਨੱਕ ਤੋਂ ਬਗੈਰ ਹੈ। ਵੀ ਤੇਰਾ ਇਹ ਵਾਸ਼ਨਾ ਲੈਣ ਵਾਲਾ ਜਿਹੜੀ ਤੇਰੀ ਨਾਸਕਾ ਕੋਈ ਨਹੀਂ ਹੈ। ਸਹਿਸ ਤਵ ਗੰਧ। ਪਰ ਜਿੱਥੇ ਤੂੰ ਸਰਗੁਣ ਰੂਪ ਧਾਰਦਾ ਹੈ ਇਹ ਵਾਹਿਗੁਰੂ, ਉੱਥੇ ਤੇਰੇ ਸਹਿਸ ਹਜ਼ਾਰਾਂ ਹੀ ਗੰਧ ਘਰਾਣ ਇੰਦਰੇ ਨੇ, ਹਜ਼ਾਰਾਂ ਹੀ ਨਾਸਕਾਂ ਨੇ ਤੇ ਇਹ ਆਪ ਜੀ ਦੇ ਅਨੇਕਾਂ ਹੀ ਫਿਰ ਉੱਥੇ ਨੱਕ ਹਨ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ। ਇਹ ਵਿਸ਼ਰਾਮ, ਇਹ ਤੁਕ ਦਾ ਵੇਖ ਲਓ, ਇਹ ਵੀ ਚਲਤ ਮੋਹੀ। ਕਿਉਂਕਿ ਜ਼ਿਆਦਾ ਇੱਦਾਂ ਹੀ ਪੜ੍ਹਦੇ ਹੈ ਵੀ ਸਹਿਸ ਪਦ ਬਿਮਲ ਨਾਲ ਏਕ ਪਦ ਗੰਧ ਬਿਨ। ਅਰਥਾਂ ਦੇ ਹਿਸਾਬ ਨਾਲ ਜਿਹੜਾ ਵਿਸ਼ਰਾਮ ਹੈ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ। ਵੀ ਨਿਰਗੁਣ ਸਰੂਪ ਤੂੰ ਨਾਸਕਾ ਤੋਂ ਰਹਿਤ ਹੈ, ਸਰਗੁਣ ਸਰੂਪ ਤੇਰੀਆਂ ਹਜ਼ਾਰਾਂ ਹੀ ਨਾਸਕਾਂ ਹਨ। ਏਵ ਚਲਤ ਮੋਹੀ। ਇਹ ਇਸ ਪ੍ਰਕਾਰ ਦੇ ਮਹਾਰਾਜ ਜੀ ਜਿਹੜੇ ਤੇਰੇ ਚਲਤ ਚਰਿੱਤਰ ਕੌਤਕ ਨੇ, ਉਹਨਾਂ ਨੂੰ ਵੇਖ ਕੇ ਮੇਰੀ ਬੁੱਧੀ ਮੋਹਤ ਹੋ ਗਈ ਹੈ। ਆਪ ਜੀ ਦੇ ਮੈਂ ਕੁਰਬਾਨ ਸਦਕੇ ਆ ਲਾਲ, ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਵਰੀ। ਤੇਰੇ ਵਰਗੇ ਗੁਣ ਪਾਤਸ਼ਾਹ ਕਿਸੇ ਹੋਰ 'ਚ ਨਹੀਂ ਹੈ। ਮੈਂ ਕਾਮਣ ਜੀਵ ਇਸਤਰੀ ਦੀ ਮਤ ਬੁੱਧ ਤੇਰੇ ਉੱਤੇ ਮੋਹਤ ਹੋ ਗਈ ਹੈ।
ਤੇਰੇ ਤੋਂ ਮੈਂ ਕੁਰਬਾਨ ਸਦਕਾ ਐਸੇ ਤੇਰੇ ਕੌਤਕ ਵੇਖ ਕੇ ਚਰਿੱਤਰ ਵੇਖ ਕੇ। ਸਭ ਮਹਿ ਜੋਤ ਜੋਤ ਹੈ ਸੋਏ। ਤੇ ਫੇਰ ਪਾਂਡੇ ਕਹਿਣ ਲੱਗੇ ਵੀ ਮਹਾਰਾਜ ਇਹ ਤਾਂ ਸਤੋਤਰ ਠੀਕ ਹੈ ਜੋ ਤੁਸੀਂ ਦੱਸਤਾ। ਸਤਿਗੁਰੂ ਅਸੀਂ ਜਦੋਂ ਦੀਵੇ ਬਾਲਦੇ ਆ ਨਾ ਇੱਕ ਅਖੰਡ ਜੋਤ ਹੁੰਦੀ ਜਿਹੜੀ ਰਾਤ ਦਿਨ ਬਲਦੀ ਰਹਿੰਦੀ ਆ। ਉਹ ਤੋਂ ਫਿਰ ਅੱਗੇ ਦੀਵੇ ਜਗਾਉਂਦੇ ਆ। ਤੁਸੀਂ ਦੱਸੋ ਵੀ ਇਹ ਜਿਵੇਂ ਚੰਦ ਸੂਰਜ ਆਦਿ ਕੇ ਤੁਸੀਂ ਦੀਵੇ ਕਹੇ ਹੈ, ਇਹ ਕਿਹੜੀ ਅਖੰਡ ਜੋਤੀ ਹੈ ਇਹਦੇ ਵਿੱਚ ਜਿੱਤੋਂ ਇਹ ਬਲਦੇ ਹਨ? ਤਾਂ ਸਾਹਿਬ ਕਹਿੰਦੇ ਸਭ ਮੈਂ ਜੋਤ ਪੰਡਤੋ, ਜੋ ਸਾਰੇ ਬ੍ਰਹਿਮੰਡਾਂ ਦੇ ਜੀਵ ਨੇ ਉਹਨਾਂ ਅੰਦਰ ਜੋ ਜੋਤ ਸਰੂਪ ਹੋ ਰਿਹਾ ਹੈ ਪਰਮੇਸ਼ਰ ਜੋਤ ਹੈ ਸੋਏ। ਸੋ ਉਸੇ ਹੀ ਅਖੰਡ ਜੋਤੀ ਦੀ ਜੋ ਕਦੇ ਨਾ ਬੁੱਝਣ ਵਾਲੀ ਜੋਤ ਹੈ, ਉਹ ਸਦਾ ਹੀ ਅਖੰਡ ਜੋਤ ਹੈ। ਉਹ ਕਦੀ ਬੁੱਝਦੀ ਹੋਈ ਨਹੀਂ ਹੈ, ਉਹ ਕਦੀ ਨਾਸ਼ ਹੀ ਨਹੀਂ ਹੁੰਦੀ। ਅਥਵਾ ਸਭ ਮੈਂ ਜੋਤ ਜੋਤ ਹੈ ਸੋਏ, ਜੋ ਚੇਤਨ ਸਤਾ ਰੂਪੀ ਜੋਤ ਸਾਰਿਆਂ ਨੂੰ ਪ੍ਰਕਾਸ਼ ਰਹੀ। ਆਉਂਦਾ ਸਾਡੇ ਸਰੀਰ ਜਾੜੀ ਹੈ ਨਾ, ਪਰ ਆ ਤੁਰਨ ਫਿਰਨ ਜੋਗੇ ਚੇਤਨ ਸੱਤਾ ਨਹੀਂ ਹੋਏ ਆ। ਤੇ ਇਹ ਜੋ ਸਾਨੂੰ ਤੁਰਨ ਫਿਰਨ ਜਿੱਗਾ ਜੋ ਆਸਰਾ ਦਿੱਤਾ ਏ, ਜੋ ਚੇਤਨ ਸੱਤਾ ਦੀ ਜੋਤ ਸਭ ਜੀਵਾਂ ਦੇ ਵਿੱਚ ਸਭ ਜਗਤ ਜੁਨੀਆਂ 'ਚ ਪ੍ਰਕਾਸ਼ ਚਾਨਣ ਕਰ ਰਹੀ ਏ। ਜੋਤ ਹੈ ਸੋਏ, ਇਹੀ ਅਖੰਡ ਜੋਤੀ ਹੈ ਜਿਹੜੀ ਕਦੀ ਨਾਸ਼ ਨਹੀਂ ਹੁੰਦੀ, ਕਦੀ ਬੁੱਝਦੀ ਨਹੀਂ ਹੈ। ਇਹ ਤੋਂ ਹੀ ਸੂਰਜ ਚੰਦਰਮਾ ਤਾਰੇ ਚਾਨਣ ਲੈਂਦੇ ਨੇ। ਇਹਦੇ ਆਸਰੇ ਜੀ ਜੰਤੂ ਤੁਰਦੇ ਫਿਰਦੇ ਜੀਵਤ ਹਨ। ਜਦੋਂ ਰੱਬ ਆਪਣੀ ਜੋਤ ਖਿੱਚਦਾ ਹੈ ਉਦੋਂ ਹੀ ਸਰੀਰ ਮੁਰਦਾ ਹੁੰਦਾ ਏ। ਤਿਸ ਦਾ ਚਾਨਣ ਉਸ ਬ੍ਰਹਮ ਚੇਤਨ ਦੇ ਚਾਨਣ ਕਰਕੇ ਪਾਵੋ ਦੀ ਚੇਤਨ ਸੱਤਾ ਕਰਕੇ ਸਭ ਮਹਿ ਚਾਨਣ ਹੋਏ। ਉਹਦੀ ਚੇਤਨ ਸੱਤਾ ਦੇ ਪ੍ਰਕਾਸ਼ ਕਰਕੇ ਹੀ ਸਾਰਿਆਂ ਦੇ ਅੰਦਰ ਚਾਨਣ ਪ੍ਰਕਾਸ਼ ਹੋ ਰਿਹਾ। ਖੱਟ ਜੋਤੀਆਂ ਪ੍ਰਕਾਸ਼ ਰਹੀਆਂ ਨੇ। ਗੁਰ ਸਾਖੀ ਜੋਤ ਪ੍ਰਗਟ ਹੋਏ। ਪੰਡਤ ਕਹਿੰਦੇ ਮਹਾਰਾਜ ਅਸੀਂ ਤਾਂ ਜਦੋਂ ਦੀਵੇ ਬਾਲਦੇ ਆ ਉਦੋਂ ਸਾਡਾ ਇੱਕ ਪੰਡਾ ਹੁੰਦਾ, ਉਹ ਜਾ ਕੇ ਦੀਵੇ ਬਾਲਦਾ ਅਖੰਡ ਜੋਤੀ ਤੋਂ। ਤੇ ਇਹ ਦੱਸੋ ਵੀ ਇਹ ਜਿਹੜੀ ਅਖੰਡ ਜੋਤ ਹੈ ਇਹਨੂੰ ਕੌਣ ਜਗਾਉਂਦਾ ਪਾਵੇ, ਇਹਨੂੰ ਪ੍ਰਗਟ ਕੌਣ ਕਰਦਾ ਜਿਹੜੀ ਤੁਸੀਂ ਕਹਿੰਦੇ ਸਭ ਦੇ ਅੰਦਰ ਬਲ ਰਹੀ ਹੈ? ਤਾਂ ਸਤਿਗੁਰੂ ਕਹਿੰਦੇ ਗੁਰ ਸਾਖੀ। ਇਹ ਪੰਡਤੋ ਜੋ ਸਤਿਗੁਰੂ ਸਾਹਿਬ ਜੀ ਦੀ ਸਾਖੀ ਕੀ ਹੈ? ਸਿੱਖਿਆ। ਜੋ ਗੁਰਾਂ ਦੀ ਸਿੱਖਿਆ ਹੈ, ਜੋ ਗੁਰੂ ਦਾ ਉਪਦੇਸ਼ ਹੈ, ਇਸ ਉਪਦੇਸ਼ ਨੂੰ ਮੰਨਣ ਕਰਕੇ ਜੋਤ ਪ੍ਰਗਟ ਹੋਏ। ਉਹ ਜੋ ਜੋਤ ਹੈ ਅਖੰਡ ਜੋ ਕਦੀ ਵੀ ਬੁੱਝਣ ਵਾਲੀ ਨਹੀਂ ਹੈ, ਉਹ ਅੰਦਰ ਪ੍ਰਗਟ ਹੋ ਜਾਂਦੀ। ਸੱਚ ਬੁੱਝਣ ਆਣ ਜਲਾਈ ਹੈ। ਕਹਿੰਦੇ ਵੀ ਇਹ ਜੋ ਸੱਚ ਨੂੰ ਬੁੱਝ ਲੈਣਾ ਹੈ, ਜੋ ਗੁਰੂ ਸਾਹਿਬ ਦੀ ਸਿੱਖਿਆ ਨੂੰ ਸਮਝ ਕੇ ਮੰਨ ਕੇ ਆਪਣੇ ਜੀਵਨ 'ਚ ਕਮਾ ਲੈਣਾ ਹੈ ਅਖੀਰਲੇ ਸਵਾਸਾਂ ਤੀਕਰ। ਇਹ ਸਿੱਖਿਆ ਦੇ ਦੁਆਰਾ ਹੀ ਉਹ ਸੱਚੀ ਜੋਤ ਪ੍ਰਗਟ ਹੁੰਦੀ। ਫਿਰ ਪਾਂਡੇ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਆਰਤੀ ਸਮੇਂ ਥਾਲ ਨੂੰ ਘੁਮਾਉਂਦੇ ਵੀ ਉੱਤੇ ਥੱਲੇ ਕਰਦੇ ਹਾਂ, ਤੁਹਾਡਾ ਇਹ ਆਕਾਸ਼ ਰੂਪੀ ਥਾਲ ਫਿਰਦਾ ਏ? ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਜੋ ਤਿਸ ਭਾਵੈ। ਮਹਾਰਾਜ ਕਹਿੰਦੇ ਹੇ ਪੰਡਤ ਜਨੋ, ਜੋ ਵੀ ਉਸ ਪਰਮੇਸ਼ਰ ਨੂੰ ਭਾਉਂਦਾ ਉਹਦੀ ਮਰਜ਼ੀ ਹੁੰਦੀ ਹੈ, ਜੋ ਮਾਲਕ ਨੂੰ ਚੰਗਾ ਲੱਗਦਾ ਏ ਸੋ ਆਰਤੀ ਹੋਏ। ਸੋ ਲੰਮਾ ਨਹੀਂ ਕਰਨਾ। ਸੋ ਆਰਤੀ ਹੋਏ ਔਂਕੜ ਹੈ, ਲਗ ਮਾਤਰ ਹੈ, ਇਹਦਾ ਉਚਾਰਨ ਲੰਮਾ ਨਹੀਂ ਪਾਉਣਾ। ਸੋ ਆਰਤੀ ਹੋਏ, ਉਹੀ ਆਰਤੀ ਹੋ ਰਹੀ ਹੈ ਜੋ ਰੱਬ ਨੂੰ ਚੰਗਾ ਲੱਗਦਾ। ਪ੍ਰਭੂ ਦਾ ਭਾਣਾ ਜਿਹੜਾ ਹੈ ਨਾ, ਪਰਮੇਸ਼ਰ ਦੇ ਭਾਣੇ ਦੇ ਵਿੱਚ ਹੀ ਇਹ ਸਭ ਕੁਝ ਵਿਚਰ ਰਿਹਾ ਹੈ। ਕਰੋੜਾਂ ਬ੍ਰਹਿਮੰਡ ਉਸ ਮਾਲਕ ਦੇ ਹੁਕਮ ਵਿੱਚ ਚੱਲ ਰਹੇ ਨੇ। ਤੇ ਪ੍ਰਭੂ ਦਾ ਭਾਣਾ ਜੋ ਹੈ, ਮਾਲਕ ਦੀ ਜੋ ਮਰਜ਼ੀ ਹੈ, ਇਹੀ ਥਾਲ ਫੇਰ ਕੇ ਘੁਮਾ ਕੇ ਆਰਤੀ ਕਰਨ ਦੀ ਨਿਆਈ ਹੈ। ਜਿਹੜਾ ਸਮਾਂ ਬਦਲਦਾ ਹੈ ਇਹ ਵੀ ਮਹਾਰਾਜ ਕਹਿੰਦੇ ਮਾਨੋ ਵੀ ਥਾਲ ਘੁੰਮਣ ਦੀ ਨਿਆਈ ਹੈ। ਅਤੇ ਸੋ ਆਰਤੀ ਹੋਏ, ਸਾਰੇ ਤਾਰੇ ਆਕਾਸ਼ ਵਿੱਚ ਘੁੰਮ ਰਹੇ ਨੇ, ਇਹ ਵੀ ਆਰਤੀ ਹੋ ਰਹੀ ਹੈ ਪਰਮੇਸ਼ਰ ਦੀ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਮਹਾਰਾਜ ਸਾਹਿਬ ਜੀ ਹੁਣ ਸਮਾਪਤੀ ਕਰਦੇ ਨੇ ਜਣਾਉਂਦੇ ਹੋਏ ਵੀ ਵੇਖੋ ਜੇ ਗੁਰੂ ਦੀ ਸਿੱਖਿਆ ਮੰਨਾਂਗੇ ਅੰਦਰ ਪ੍ਰੇਮ ਪੈਦਾ ਹੁੰਦਾ। ਜਿਹਦੇ ਅੰਦਰ ਪ੍ਰੇਮ ਪੈਦਾ ਹੋ ਗਿਆ ਫਿਰ ਉਹ ਕੀ ਕਹਿੰਦਾ ਹੈ? ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਵੀ ਹਰੀ ਪ੍ਰਭੂ ਪਰਮੇਸ਼ਰ ਦੇ ਜੋ ਚਰਨ ਕਮਲ ਦੀ ਨਿਆਈ ਨੇ। ਜਿਵੇਂ ਕੌਲ ਦੇ ਫੁੱਲ ਦੇ ਉੱਤੇ ਮਕਰੰਦਾ ਧੂੜਾ ਹੁੰਦਾ ਜਿਹਦੀ ਸੁਗੰਧੀ ਭੋਰੇ ਲੈਂਦੇ ਨੇ, ਇਸੇ ਤਰ੍ਹਾਂ ਮਹਾਰਾਜ ਦੇ ਚਰਨ ਕਮਲਾਂ ਦੇ ਮਕਰੰਦ ਧੂੜੇ ਦੀ ਜੋ ਸੁਗੰਧੀ ਹੈ, ਜੋ ਰਸ ਹੈ। ਇੱਥੇ ਹੁਣ ਕਿਹੜਾ ਧੂੜਾ ਹੈ? ਜਿਹੜਾ ਪਰਮੇਸ਼ਰ ਦਾ ਪ੍ਰੇਮ ਹੈ।
ਤੇ ਪ੍ਰੇਮ ਰੂਪੀ ਧੂੜੇ ਦੇ ਵਿੱਚ ਮੇਰਾ ਮਨ ਰੂਪੀ ਭੋਰਾ ਲੋਭਿਤ ਮਨੋਂ ਲੁਭਾਏਮਾਨ ਹੋ ਗਿਆ, ਇਹ ਵਿੱਚ ਹੀ ਫਸ ਗਿਆ ਹੈ। ਅਨ ਦਿਨ ਮੋਹਿ ਆਹੀ ਪਿਆਸਾ। ਤੇ ਵਾਹਿਗੁਰੂ ਮਹਾਰਾਜ ਜੀਓ, ਆਪ ਜੀ ਦੇ ਪ੍ਰੇਮ ਦੇ ਵਿੱਚ ਮੇਰਾ ਮਨ ਰੂਪੀ ਭੋਰਾ ਫਸਿਆ ਹੋਇਆ ਏ, ਤੇ ਅਨ ਦਿਨੋਂ ਰਾਤ ਦਿਨੇ ਨਾ ਸਾਨੂੰ ਤਾਂ ਹੁਣ ਮੋਹਿ ਆਹੀ ਪਿਆਸਾ ਇਹੀ ਚਾਹ ਲੱਗੀ ਰਹਿੰਦੀ ਹੈ, ਇਹੀ ਤੀਬਰਿਸ਼ਾ ਲੱਗੀ ਹੋਈ ਰਹਿੰਦੀ ਹੈ ਵੀ ਆਪ ਜੀ ਦੇ ਦਰਸ਼ਨ ਕਦ ਹੋਣਗੇ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਆਂਦਨ ਨੀਤ, ਐਸੀ ਭਾਵਨਾ ਸਾਧ ਸੰਗਤ ਪ੍ਰੇਮ ਦੀ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੀ ਆਪ ਜੀ ਦੇ ਦਰਸ਼ਨਾਂ ਦੀ ਮੈਨੂੰ ਰਾਤ ਦਿਨ ਤ੍ਰੇਹ ਲੱਗੀ ਹੈ, ਪਿਆਸ ਲੱਗੀ ਹੈ। ਜਿਵੇਂ ਚਾਤਕ ਨੂੰ ਪਿਆਸ ਹੁੰਦੀ ਹੈ, ਸਵਾਂਤੀ ਬੂੰਦ ਬਿਨਾਂ ਨਹੀਂ ਮਿਟਦੀ। ਜਿੰਨਾ ਮਰਜ਼ੀ ਮੀਂਹ ਪਈ ਜਾਵੇ, ਜਿੰਨਾ ਮਰਜ਼ੀ ਸਮੁੰਦਰਾਂ ਦਾ ਪਾਣੀ ਹੈ, ਸਮੁੰਦਰ ਦਾ ਪਾਣੀ ਹੈ, ਨਦੀਆਂ ਦਾ ਪਾਣੀ ਹੈ, ਨਾਲਿਆਂ ਦਾ ਪਾਣੀ ਹੈ, ਪਰ ਸਾਧ ਸੰਗਤ ਮੀਂਹ ਦੇ ਵਿੱਚੋਂ ਸਵਾਂਤੀ ਬੂੰਦ ਤੋਂ ਬਿਨਾਂ ਨਹੀਂ ਪਪੀਹੇ ਦੀ ਪਿਆਸ ਬੁਝਦੀ। ਉਹ ਸਮੁੰਦਰ ਦਾ ਪਾਣੀ, ਧਰਤੀ ਹੇਠਲਾ ਪਾਣੀ ਵੀ ਉਹਦੇ ਲਈ ਬੇਕਾਰ ਹੈ। ਇਸੇ ਤਰ੍ਹਾਂ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਗੈਰ ਸਾਡਾ ਹੋਰ ਕੁਝ ਵੀ ਵੇਖਣ ਨੂੰ ਮਨ ਨਹੀਂ ਕਰਦਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ, ਹੈ ਮਹਾਰਾਜ ਮੇਰੇ ਮਨ ਰੂਪੀ ਸਾਰੰਗ ਪਪੀਹੇ ਨੂੰ ਆਪਣਾ ਕਿਰਪਾ ਰੂਪੀ ਜਲ ਬਖਸ਼ ਦੇ। ਭਾਵ ਕਿ ਆਪ ਜੀ ਰਹਿਮਤ ਕਰਦੇ ਹੋ, ਕਿਰਪਾ ਕਰਕੇ ਆਪਣੇ ਦਇਆ ਦੇ ਜਲ ਦੁਆਰਾ ਮੇਰੇ ਅੰਦਰ ਦੀ ਪਿਆਸ ਬੁਝਾ ਦਿਓ। ਹੋਏ ਜਾਤੇ ਤੇਰਾ ਨਾਏ ਵਾਸਾ। ਆਪ ਜੀ ਕਿਰਪਾ ਰੂਪੀ ਮੀਂਹ ਪਾਓ, ਕਿਰਪਾ ਰੂਪੀ ਮੀਂਹ ਦੇ ਵਿੱਚੋਂ ਨਾਮ ਰੂਪੀ ਕਣੀਆਂ ਮੇਰੇ ਮਨ ਰੂਪੀ ਪਪੀਹੇ ਦੇ ਅੰਦਰ ਘਰ ਘਰ ਜਾਣਗੀਆਂ। ਨਾਮ ਮੇਰੇ ਮਨ ਵਿੱਚ ਵਸ ਜਾਵੇਗਾ, ਜਿਸ ਕਰਕੇ ਮਹਾਰਾਜ ਜੀਓ ਮੇਰੇ ਅੰਦਰੋਂ ਇਹ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦੀ ਪਿਆਸ ਮਿਟ ਜਾਵੇਗੀ। ਆਪ ਜੀ ਦੇ ਦਰਸ਼ਨ ਹੋ ਜਾਣਗੇ। ਹੋਏ ਜਾ ਤੇ ਤੇਰਾ ਨਾਏ ਵਾਸਾ। ਜਿਵੇਂ ਮਹਾਰਾਜ ਤੇਰੇ ਸਰੂਪ ਦੇ ਵਿੱਚ, ਨਾਏ ਦਾ ਅਰਥ ਨਾਮ ਵੀ ਹੈ ਤੇ ਨਾਏ ਦਾ ਅਰਥ ਸਰੂਪ ਵੀ ਹੈ। ਜਿਵੇਂ ਤੁਹਾਡੇ ਨਾਮ ਦਾ ਮੇਰੇ ਮਨ 'ਚ ਨਿਵਾਸ ਹੋਵੇ, ਜਾਂ ਜਿਵੇਂ ਮਹਾਰਾਜ ਮੇਰੇ ਮਨ ਦਾ ਤੁਹਾਡੇ ਸਰੂਪ ਵਿੱਚ ਨਿਵਾਸ ਹੋਵੇ, ਐਸੀ ਕਿਰਪਾ ਕਰੋ, ਐਸੀ ਦਇਆ ਕਰੋ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਹੈ। ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੇ ਜੀਵਨ ਦੇ ਕੁਝ ਗੁਣ ਕਹਿੰਦੇ ਹਾਂ ਅਤੇ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਸੰਗਤ ਬਖਸ਼ਣ ਹਾਰੇ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਆਨੰਦ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਹੋਏ ਜਾਤੇ ਤੇਰਾ ਨਾਏ ਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।